ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਕ ਤੇਰੇ। ਤੁਮਰੀ ਕਿਰਪਾ ਮੈਂ ਸੂਖ ਕਨੇਰੇ। ਕੋਇ ਨ ਜਾਣੈ ਤੁਮਰਾ ਅੰਤ। ਊਚੇ ਤੇ ਊਚਾ ਭਗਵੰਤ। ਸਗਲ ਸਮਗਰੀ ਤੁਮਰੈ ਸੂਤਰ ਧਾਰੀ। ਤੁਮ ਤੇ ਹੋਏ ਸੋ ਆਗਿਆਕਾਰੀ। ਤੁਮਰੀ ਗਤ ਮਿਤ ਤੁਮ ਹੀ ਜਾਨੀ। ਨਾਨਕ ਦਾਸ ਸਦਾ ਕੁਰਬਾਨੀ। ਦੇਨਹਾਰ ਪ੍ਰਭ ਛੋੜ ਕੈ ਲਾਗੈ ਆਨ ਸੁਹਾਏ। ਨਾਨਕ ਕਹੂ ਨਾ ਸਿਜਈ ਬਿਨ ਨਾਵੈ ਪਤ ਜਾਏ। ਸੁਕਾਓ ਟਲ ਗੁਰ ਸੇਵ ਅਹਨਿਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖੁਸ਼ਾਮਦੀ ਨੂਰ ਅਰਸੋਂ ਛਟੀਐ। ਤੁਧ ਡਿਠੇ ਸਚੇ ਪਾਤਸ਼ਾਹ ਮਲ ਜਨਮ ਦੀ ਕਟੀਐ। ਤੁਧ ਡਿਠੇ ਸਚੇ ਪਾਤਸ਼ਾਹ ਮਲ ਜਨਮ ਦੀ ਕਟੀਐ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਸੰਤ ਬਾਣੀ ਭਗਤਾਂ ਕੀ ਕਬੀਰ ਜੀ ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੌਲੀ ਧਰਤੀ ਮੌਲਿਆ ਆਕਾਸ। ਘਟ ਘਟ ਮੌਲਿਆ ਆਤਮ ਪ੍ਰਗਾਸ। ਰਾਜਾ ਰਾਮ ਮੌਲਿਆ ਅਨੰਤ ਪਾਏ। ਜਹ ਦੇਖੋ ਤਹ ਰਹਾ ਸਮਾਏ। ਮੌਲੀ ਧਰਤੀ ਮੌਲਿਆ ਆਕਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਰਪਾ ਨਿਧਾਨ ਪਤਿਤ ਪਾਵਨ ਭਗਤ ਵਛਲ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਹਜ਼ੂਰੀ ਵਿੱਚ ਆਪ ਸੰਗਤ ਨੇ ਬੈਠ ਕੇ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸ਼ਬਦ ਸਰਵਣ ਕੀਤੇ। ਵਡਭਾਗੀ ਬਣੇ ਹਾਂ ਜੋ ਅੰਮ੍ਰਿਤ ਵੇਲਾ ਗੁਰੂ ਦੇ ਕੋਲ ਬੈਠ ਕੇ ਬਾਣੀ ਪੜ੍ਹਦਿਆਂ ਤੇ ਸੁਣਦਿਆਂ ਬਤੀਤ ਹੋਇਆ ਹੈ। ਵਡਭਾਗੀ ਉਹ ਰੂਹਾਂ ਨੇ, ਵਡਭਾਗੀ ਉਹ ਸਰੀਰ ਨੇ ਜਿਨ੍ਹਾਂ ਨੂੰ ਅੱਜ ਦਾ ਅੰਮ੍ਰਿਤ ਵੇਲਾ ਪ੍ਰਾਪਤ ਹੋਇਆ।
ਕੁਝ ਸਰੀਰ ਉਹ ਨੇ ਜਿਨ੍ਹਾਂ ਨੂੰ ਅੱਜ ਦੀ ਸਵੇਰ ਪ੍ਰਾਪਤ ਨਹੀਂ ਹੋਈ ਹੋਵੇਗੀ, ਸੁੱਤੇ ਹੀ ਸੰਸਾਰ ਤੋਂ ਸੌਂ ਕੇ ਚਲੇ ਗਏ। ਕੁਝ ਉਹ ਨੇ ਜਿਨ੍ਹਾਂ ਨੂੰ ਅੰਮ੍ਰਿਤ ਵੇਲਾ ਤੇ ਪ੍ਰਾਪਤ ਹੋਇਆ, ਪਰ ਉਹਨਾਂ ਨੇ ਸੌਂ ਕੇ ਹੀ ਬਤੀਤ ਕਰ ਲਿਆ, ਜਾਗੇ ਨਹੀਂ। ਵਡਭਾਗੀ ਉਹ ਨੇ ਜਿਹੜੇ ਸੰਗਤ ਵਿੱਚ ਆ ਕੇ ਬੈਠੇ ਗੁਰੂ ਦੀ ਬਾਣੀ ਸਰਵਣ ਕਰਦੇ ਪਏ। ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਮਹਾਰਾਜ ਦੇ ਅੰਮ੍ਰਿਤ ਬਚਨ ਗੁਰਬਾਣੀ ਦੇ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਸੰਤ ਬਾਣੀ ਭਗਤਾਂ ਕੀ। ਬਸੰਤ ਰਾਗ ਹੈ। ਮਹਾਰਾਜ ਨੇ ਮਰਿਆਦਾ ਇਹ ਬਣਾਈ ਹੈ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਾਣੀ ਲਿਖਦਿਆਂ ਹੋਇਆ, ਕਿ ਜਦੋਂ ਰਾਗ ਸੰਪੂਰਨ ਹੁੰਦਾ ਤੇ ਰਾਗ ਦੇ ਅਖੀਰ ਤੇ ਜਾ ਕੇ ਮਹਾਰਾਜ ਭਗਤਾਂ ਦੀ ਬਾਣੀ ਲਿਖਦੇ। ਗੁਰੂ ਅਰਜਨ ਦੇਵ ਮਹਾਰਾਜ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖਾਉਂਦੇ ਪਏ ਤੇ ਬਾਣੀ ਲਿਖਦਿਆਂ ਬਚਨ ਆਉਂਦਾ ਵੀ ਇਹ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ ਹੈ, ਇਹ ਸ਼ਬਦ ਗੁਰੂ ਅੰਗਦ ਸਾਹਿਬ ਜੀ ਦਾ ਹੈ। ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ, ਮਹੱਲਾ ਚੌਥਾ। ਗੁਰਬਾਣੀ ਲਿਖਦੇ ਸਮੇਂ ਜਦੋਂ ਮਹਾਰਾਜ ਜੀ ਨੇ ਆਖਿਆ ਨਾ ਵੀ ਭਾਈ ਗੁਰਦਾਸ ਜੀ ਲਿਖੋ ਬਾਣੀ ਭਗਤ ਕਬੀਰ ਜੀ ਕੀ, ਬਾਣੀ ਭਗਤ ਨਾਮਦੇਵ ਜੀ ਦੀ, ਬਾਣੀ ਭਗਤ ਰਵਿਦਾਸ ਜੀ ਦੀ, ਤੇ ਭਾਈ ਗੁਰਦਾਸ ਜੀ ਕਹਿਣ ਲੱਗੇ ਮਹਾਰਾਜ ਵੀ ਪਹਿਲਾਂ ਦੇ ਬਾਣੀ ਲਿਖਦਿਆਂ ਆਪ ਆਖਦੇ ਸੀ ਵੀ ਇਹ ਗੁਰੂ ਨਾਨਕ ਸਾਹਿਬ ਦਾ ਸਲੋਕ ਹੈ, ਇਹ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਸਲੋਕ ਹੈ, ਹੁਣ ਇਹਨਾਂ ਭਗਤਾਂ ਦੇ ਨਾਮ ਲਿਖਦੇ ਪਏ। ਤੇ ਮਹਾਰਾਜ ਸਾਹਿਬ ਜੀ ਨੇ ਆਖਿਆ, ਕਹਿੰਦੇ ਭਾਈ ਗੁਰਦਾਸ ਜੀ ਇਹ ਭਗਤ ਗੁਰਮੁਖ ਬੈਠੇ ਸਾਡੇ ਕੋਲ ਆ ਕੇ ਬਾਣੀ ਲਿਖਾਉਂਦੇ ਪਏ, ਅਸੀਂ ਲਿਖਦੇ ਪਏ। ਮਹਾਰਾਜ ਫਿਰ ਐਸੇ ਭਗਤਾਂ ਦੇ ਦਰਸ਼ਨ ਕਰਾਓ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਕੱਲ ਨੂੰ ਸਮੇਂ ਤੋਂ ਕੁਝ ਸਮਾਂ ਪਹਿਲਾਂ ਆ ਜਾਣਾ, ਜਿੰਨੇ ਵਜੇ ਅੰਮ੍ਰਿਤ ਵੇਲੇ ਆਉਂਦੇ ਹੋ ਨਾ ਤੜਕੇ, ਉਸ ਤੋਂ ਅੱਧਾ ਪੌਣਾ ਘੰਟਾ ਪਹਿਲਾਂ ਆ ਜਾਓ। ਬਚਨ ਮੰਨਿਆ ਤੇ ਅਗਲੇ ਦਿਨ ਸਮੇਂ ਤੋਂ ਪਹਿਲਾਂ ਹੀ ਪਹੁੰਚੇ। ਤੇ ਕੀ ਵੇਖਦੇ ਪਏ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੇ ਕੋਲ ਸਾਰੇ ਗੁਰਮੁਖ ਭਗਤ ਬੈਠ ਕੇ ਆਪਣੀ ਆਪਣੀ ਬਾਣੀ ਸੁਣਾਉਂਦੇ ਪਏ। ਤੇ ਗੁਰਮਤਿ ਦੀ ਕਸਵੱਟੀ ਤੇ ਪੂਰੀ ਉਤਰਨ ਵਾਲੀ ਗੁਰਬਾਣੀ ਮਹਾਰਾਜ ਸਾਹਿਬ ਜੀ ਲਿਖਦੇ ਪਏ। ਇਸ ਤਰ੍ਹਾਂ ਇਹਨਾਂ ਗੁਰਮੁਖ ਭਗਤਾਂ ਨੇ ਮਹਾਰਾਜ ਜੀਆਂ ਨੂੰ ਬਾਣੀ ਆਪਣੀ ਸਰਵਣ ਕਰਵਾਈ ਤੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੀ ਹੈ। ਤੇ ਮਹਾਰਾਜ ਨੇ ਮਰਿਆਦਾ ਇਹ ਬਣਾਈ ਹੈ ਵੀ ਰਾਗ ਦੇ ਪਰਮਤਾ ਵਿੱਚ, ਰਾਗ ਦੇ ਸ਼ੁਰੂ ਵਿੱਚ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦਾ ਸ਼ਬਦ ਆਉਂਦਾ ਹੈ, ਫਿਰ ਅਗਲੇ ਗੁਰੂ ਪਾਤਸ਼ਾਹ ਦੇ ਵਾਰੀ-ਵਾਰੀ ਸ਼ਬਦ ਆਉਂਦੇ, ਤੇ ਅਖੀਰ ਤੇ ਜਾ ਕੇ ਮਹਾਰਾਜ ਭਗਤਾਂ ਦੀ ਬਾਣੀ ਦੇ ਵਿੱਚ ਲਿਖਦੇ। ਜਦੋਂ ਭਗਤ ਬਾਣੀ ਸ਼ੁਰੂ ਹੁੰਦੀ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਕਬੀਰ ਸਾਹਿਬ ਜੀ ਦੀ ਬਾਣੀ ਆਉਂਦੀ ਹੈ, ਬਾਕੀ ਭਗਤਾਂ ਦੀ ਬਾਅਦ ਵਿੱਚ, ਕਿਉਂਕਿ ਕਬੀਰ ਸਾਹਿਬ ਵੀ ਸ਼੍ਰੋਮਣੀ ਭਗਤ ਮਹਾਰਾਜ ਸਾਹਿਬ ਦੀਆਂ। ਇਹ ਬਸੰਤ ਰਾਗ ਦੀ ਸੰਪੂਰਨਤਾਈ ਦੇ ਵੱਲ ਮਹਾਰਾਜ ਗੁਰਬਾਣੀ ਲਿਖਦੇ ਪਏ। ਤੇ ਹੁਣ ਭਗਤਾਂ ਦੀ ਬਾਣੀ ਆਵੇਗੀ। ਨਾਮਦੇਵ ਜੀ, ਰਵਿਦਾਸ ਜੀ, ਕਬੀਰ ਸਾਹਿਬ ਜੀ, ਇਹਨਾਂ ਭਗਤਾਂ ਦੀ ਬਾਣੀ ਮਹਾਰਾਜ ਲਿਖਦੇ ਹਨ। ਕਬੀਰ ਜੀ ਘਰ ਪਹਿਲਾ, ਪਰ ਸਾਰਿਆਂ ਤੋਂ ਪਹਿਲਾਂ ਜੋ ਕਬੀਰ ਭਗਤ ਜੀ ਨੇ ਨਾ, ਸ਼੍ਰੋਮਣੀ ਭਗਤ, ਸਭ ਤੋਂ ਪਹਿਲਾਂ ਉਹਨਾਂ ਦੀ ਬਾਣੀ ਮਹਾਰਾਜ ਲਿਖਣਗੇ। ਤੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਹਨ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰਮੁਖੋ ਬਾਣੀ ਭਗਤਾਂ ਦੀ ਹੈ, ਪਰ ਗੁਰਮਤਿ ਵਿੱਚ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਆਪਣੇ ਮੁਖੋਂ ਜਿਹੜਾ ਬਚਨ ਆਖਿਆ ਹੈ, ਉਹ ਆਖਿਆ ਇੱਕ ਓੰਕਾਰ। ਤੇ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖੀ ਹੈ ਤੇ ਉਹਦੇ ਵਿੱਚ ਵੀ ਸਭ ਤੋਂ ਪਹਿਲਾਂ ਮਹਾਰਾਜ ਨੇ ਇੱਕ ਓੰਕਾਰ ਲਿਖਿਆ। ਤੇ ਮਹਾਰਾਜ ਸਾਹਿਬ ਜੀ ਇੱਥੇ ਗੁਰੂ ਘਰ ਦੇ ਵੱਲੋਂ ਮੰਗਲਾਚਰਨ ਕਰਦੇ ਪਏ, ਕਹਿੰਦੇ ਇੱਕ ਓੰਕਾਰ, ਪਰਮਾਤਮਾ ਇੱਕ ਹੈ,
ਜੇ ਉਹ ਸਿੱਖ ਦੀ ਪ੍ਰਾਪਤੀ ਕਰਨੀ ਚਾਹੁੰਦਾ ਹੈ ਤੇ ਫਿਰ ਸਤਿਗੁਰ ਪ੍ਰਸਾਦ ਗੁਰੂ ਦੀ ਪ੍ਰਸੰਨਤਾ ਲੈ ਭਾਈ ਪਿਆਰਿਆ। ਜਿਨ੍ਹਾਂ ਨੇ ਗੁਰੂ ਦੀ ਖੁਸ਼ੀ ਲਈ ਹੈ ਪ੍ਰਾਪਤੀ ਉਹਨਾਂ ਨੂੰ ਹੋਈ ਹੈ। ਗੁਰੂ ਪਾਤਸ਼ਾਹ ਦੀ ਖੁਸ਼ੀ ਲੈਣ ਵਾਸਤੇ ਭਾਈ ਮੰਝ ਜੀ ਖੂਹ ਦੇ ਵਿੱਚ ਡਿੱਗ ਪਿਆ। ਡਿੱਗ ਕੇ ਆਖਦੇ ਪਏ ਲੱਕੜਾਂ ਪਹਿਲਾਂ ਗੁਰੂ ਦੇ ਲੰਗਰਾਂ ਵਾਸਤੇ ਕੱਢੋ ਤੇ ਮੈਂ ਤਾਂ ਬਾਹਰ ਨਿਕਲਣਾ, ਸੇਵਾ ਵਿੱਚ ਵਿਘਨ ਨਹੀਂ ਪੈਣਾ ਚਾਹੀਦਾ। ਤੇ ਗੁਰੂ ਦੀ ਸੇਵਾ ਵਾਸਤੇ ਭਾਈ ਜੈਤਾ ਜੀ ਸੀਸ ਲੈ ਆਉਂਦੇ ਦਿੱਲੀ ਤੋਂ ਮਹਾਰਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਕੋਲ। ਗੁਰੂ ਦੀ ਪ੍ਰਸੰਨਤਾ ਵਾਸਤੇ ਭਾਈ ਮੇਹਾਂ ਜੀ ਪਾਣੀ ਦੀਆਂ ਗਾਗਰਾਂ ਚੁੱਕ ਚੁੱਕ ਕੇ ਸਰੀਰ ਦੇ ਸਿਰ ਵਿੱਚ ਕਿਰਮ ਪੈ ਗਏ। ਪਰ ਗੁਰੂ ਦੀ ਪ੍ਰਸੰਨਤਾ ਚਾਹੀਦੀ ਹੈ। ਗੁਰੂ ਦੀ ਪ੍ਰਸੰਨਤਾ ਵਾਸਤੇ ਭਾਈ ਕਨ੍ਹਈਆ ਜੀ ਦੁਸ਼ਮਣ ਨੂੰ ਪਾਣੀ ਪਿਲਾਉਂਦੇ ਪਏ। ਵਰਦੀਆਂ ਗੋਲੀਆਂ ਤੇ ਚੱਲਦੇ ਤੀਰਾਂ ਵਿੱਚ ਵੀ ਮਸ਼ਕ ਲੈ ਕੇ ਤੁਰੇ ਫਿਰਦੇ। ਇਹਨਾਂ ਸਾਰਿਆਂ ਭਗਤਾਂ ਗੁਰਮੁਖਾਂ ਸਿੱਖਾਂ ਦਾ ਇਤਿਹਾਸ ਇਹ ਤਾਂ ਸਭ ਕੁਝ ਹੋਇਆ ਤਾਂ ਕਿ ਗੁਰੂ ਦੀ ਪ੍ਰਸੰਨਤਾ ਮਿਲੇ, ਗੁਰੂ ਦੀ ਖੁਸ਼ੀ ਮਿਲੇ। ਤੇ ਪਾਤਸ਼ਾਹ ਕਹਿਣ ਲੱਗੇ ਗੁਰ ਪ੍ਰਸਾਦ, ਜਦੋਂ ਗੁਰੂ ਦੀ ਪ੍ਰਸਾਦ ਕਿਰਪਾ ਹੋਵੇ ਫਿਰ ਉਹ ਪਰਮਾਤਮਾ ਉਸ ਵੇਲੇ ਮਿਲਦਾ ਹੈ। ਮੌਲੀ ਧਰਤੀ ਮੌਲਿਆ ਆਕਾਸ਼। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਰਹਾਉ ਦੀਆਂ ਪੰਕਤੀਆਂ ਵਿੱਚ ਸਾਡੇ ਉੱਪਰ ਕਿਰਪਾ ਕਰਦੇ। ਕਿਸੇ ਨੇ ਪੁੱਛਿਆ ਕਿ ਕਹਿੰਦੇ ਕਬੀਰ ਸਾਹਿਬ ਉਹ ਪਰਮਾਤਮਾ ਰਹਿੰਦਾ ਕਿੱਥੇ ਹੈ? ਉਹਦੀ ਰਹਿਣ ਦੀ ਕੋਈ ਜਗ੍ਹਾ ਹੋਵੇਗੀ ਨਾ ਵੀ ਕਿੱਥੇ ਰਹਿੰਦਾ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਖਿਆ ਸੋ ਦਰ ਕਿਹਾ ਸੋ ਘਰ ਕਿਹਾ ਜਿਤਬੈ ਸਰਬ ਸੰਭਾਲੇ। ਜੇ ਘਰ ਹੋਵੇਗਾ ਤੇ ਦਰ ਵੀ ਤੇ ਤਾਂ ਹੀ ਹੋਵੇਗਾ ਨਾ, ਦਰਵਾਜ਼ਾ ਤੇ ਘਰ ਦਾ ਹੀ ਹੁੰਦਾ। ਜੇ ਘਰ ਹੀ ਨਾ ਹੋਵੇ ਤੇ ਦਰਵਾਜ਼ਾ ਕਿੱਥੋਂ ਹੋਣਾ? ਪਾਤਸ਼ਾਹ ਕਹਿੰਦੇ ਸੋ ਦਰ ਕਿਹਾ, ਉਹ ਦਰਵਾਜ਼ਾ ਕਿਹੋ ਜਿਹਾ ਤੇ ਸੋ ਘਰ ਕਿਹਾ, ਉਹ ਘਰ ਕਿਹੋ ਜਿਹਾ ਜਿਤ ਬਹਿ, ਜਿੱਥੇ ਆਪ ਬੈਠ ਕੇ ਸਰਬ ਸੰਭਾਲੇ, ਸਾਰਿਆਂ ਦੀ ਸੰਭਾਲ ਕਰਦੇ ਅਕਾਲ ਪੁਰਖ। ਤੇਰਾ ਦਰ ਘਰ ਕਿਹੋ ਜਿਹਾ ਹੋਵੇ? ਤੇ ਕਬੀਰ ਸਾਹਿਬ ਜੀ ਨੂੰ ਵੀ ਸਵਾਲ ਇਹੋ ਹੀ ਕੀਤਾ, ਕਿਉਂਕਿ 9 ਕਰੋੜ ਲੋਕ ਕਬੀਰ ਸਾਹਿਬ ਜੀ ਨੂੰ ਮੰਨਣ ਵਾਲੇ ਨੇ। 9 ਕਰੋੜ ਉਹਨਾਂ ਦੀ ਗਿਣਤੀ। ਭਾਈ ਲਹਿਣਾ ਸਾਹਿਬ ਜੀ ਹੋਏ ਨੇ ਕਬੀਰ ਪੰਥੀਏ, ਜਿਹੜੇ ਕਬੀਰ ਸਾਹਿਬ ਜੀ ਦੀ ਗੱਦੀ ਤੇ ਬੈਠੇ ਕਬੀਰ ਪੰਥੀਏ ਹੋਏ। ਭਾਈ ਲਹਿਣਾ ਸਾਹਿਬ ਉਹਨਾਂ ਜੀ ਦਾ ਨਾਮ ਹੈ। ਉਹਨਾਂ ਨੇ ਭਗਤ ਮਾਲਾ ਇੱਕ ਪੋਥੀ ਲਿਖੀ ਹੈ। ਉਹਦੇ ਵਿੱਚ ਉਹਨਾਂ ਨੇ ਬਚਨ ਲਿਖਿਆ ਵੀ ਕਬੀਰ ਸਾਹਿਬ ਜੀ ਦਾ ਇੰਨਾ ਪ੍ਰਤਾਪ ਹੈ ਕਿ 9 ਕਰੋੜ ਲੋਕ ਉਹਨਾਂ ਨਾਲ ਜੁੜ ਗਏ ਸਨ। ਤਾਂ ਹੀ ਪੰਡਤ ਲੋਕ ਜਾਂ ਉੱਚੀਆਂ ਜਾਤਾਂ ਵਾਲੇ ਤਾਂ ਹੀ ਝਗੜਾ ਕਰਦੇ ਸਨ ਕਬੀਰ ਸਾਹਿਬ ਦੇ ਨਾਲ ਵੀ ਇਹਦਾ ਇੰਨਾ ਬੋਲਬਾਲਾ ਕਿਉਂ ਹੋ ਗਿਆ, ਲੋਕ ਇਹਦੇ ਨਾਲ ਕਿਉਂ ਇੰਨੇ ਜੁੜ ਗਏ। ਤਾਂ ਹੀ ਉਹ ਰਾਜੇ ਨੂੰ ਸ਼ਿਕਾਇਤਾਂ ਲਾਉਂਦੇ ਸਨ ਵੀ ਇਹ ਕਬੀਰ ਸਾਹਿਬ ਨੇ ਆਹ ਗਲਤ ਕੀਤਾ, ਕਬੀਰ ਸਾਹਿਬ ਨੇ ਆਹ ਠੀਕ ਨਹੀਂ ਕੀਤਾ। ਕਦੇ ਹਾਥੀ ਦੀਆਂ ਪੈਰਾਂ ਥੱਲੇ ਦੇਣਾ, ਕਦੇ ਪਾਣੀ ਵਿੱਚ ਸੁੱਟ ਦੇਣਾ ਗੰਗਾ ਦੇ ਵਿੱਚ, ਤੇ ਕਦੇ ਜੇਲ੍ਹ ਵਿੱਚ ਸੁੱਟ ਦੇਣਾ। ਉਹਦਾ ਕਾਰਨ ਇਹ ਸੀ ਵੀ ਇਹਦੇ ਮਗਰ ਲੋਕ ਲੱਗ ਗਏ ਨੇ, ਲੋਕ ਇਹਦੀ ਗੱਲ ਮੰਨਦੇ ਨੇ। ਕ੍ਰਾਂਤੀਕਾਰੀ ਅੱਜ ਵੀ ਗੁਰਮੁਖੋ ਸਮਾਂ ਇਸ ਤਰ੍ਹਾਂ ਦਾ ਹੀ ਹੈ, ਜਿਹਦੇ ਮਗਰ 4 ਲੋਕ ਜੁੜ ਜਾਣ ਤੇ ਜੇ ਉਹ ਸਰਕਾਰ ਦੀ ਹਾਂ ਵਿੱਚ ਹਾਂ ਮਿਲਾਵੇ ਤੇ ਫਿਰ ਤੇ ਠੀਕ ਹੈ, ਤੇ ਜੇ ਸਰਕਾਰ ਨੂੰ ਅੱਖਾਂ ਵਿਖਾਵੇ ਤੇ ਫਿਰ ਕਹਿੰਦੇ ਚਲੋ ਜੇਲ੍ਹ ਯਾਤਰਾ ਕਰੋ। ਇਹ ਸ਼ੁਰੂ ਤੋਂ ਹੀ ਇਸੇ ਤਰ੍ਹਾਂ ਬਣਿਆ ਆ। ਕਬੀਰ ਸਾਹਿਬ ਜੀ ਸੱਚਾ ਵਚਨ ਕਰਦੇ ਸਨ ਤੇ ਉਹਨਾਂ ਨੂੰ ਝਾਟੀ ਕਦੀ ਜੇਲ੍ਹ ਵਿੱਚ ਸੁੱਟ ਦੇਣਾ, ਕਦੇ ਹਾਥੀ ਥੱਲੇ ਸੁੱਟ ਦੇਣਾ, ਕਦੇ ਗੰਗਾ ਦੀਆਂ ਲਹਿਰਾਂ ਵਿੱਚ ਸੁੱਟਣਾ, ਕਿਉਂਕਿ ਸੱਚਾ ਵਚਨ ਹੈ ਤੇ ਲੋਕ ਮੰਨਦੇ। ਭਾਈ ਲਹਿਣਾ ਜੀ ਨੇ ਲਿਖਿਆ ਵੀ ਇਹ 9 ਕਰੋੜ ਉਪਾਸ਼ਕ ਭਗਤ ਜੀ ਦਾ ਵਚਨ ਮੰਨਣ ਵਾਲੇ ਸ਼ਰਧਾਲੂ। ਅਤੇ ਇਸੇ ਤਰ੍ਹਾਂ ਜਿਸ ਵੇਲੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਕਾਂਸ਼ੀ ਦੇ ਵਿੱਚ ਚਰਨ ਪਾਏ ਨਾ, ਤੇ ਉੱਥੇ ਸਥਾਨ ਬਣਿਆ ਹੋਇਆ ਗੁਰੂ ਕਾ ਬਾਗ, ਇੱਥੇ ਮਹਾਰਾਜ ਨੇ ਚਰਨ ਪਾਏ ਸਨ ਤੇ ਉਹ ਬਾਗ ਸੁੱਕਾ ਹੋਇਆ ਹਰਿਆ ਹੋ ਗਿਆ ਸੀ। ਕਾਂਸ਼ੀ ਵਿੱਚ ਚਰਨ ਜਦੋਂ ਪਾਏ, ਐਸੀ ਮਹਾਰਾਜ ਦੀ ਜਦੋਂ ਮਹਿਮਾ ਹੋਈ, ਫਿਰ ਮਹਾਰਾਜ ਨੂੰ ਮਿਲਣ ਵਾਸਤੇ ਗੁਰੂ ਰਾਮਾਨੰਦ ਜੀ ਜਿਹੜੇ ਹੋਏ ਨਾ ਭਗਤਾਂ ਦੇ ਗੁਰੂ ਰਾਮਾਨੰਦ, ਉਹ ਵੀ ਮਿਲਣ ਵਾਸਤੇ ਆਏ। ਭਗਤ ਰਵਿਦਾਸ ਜੀ ਵਰਗੇ ਹੋਰ ਵੀ ਜਿੰਨੇ ਭਗਤ ਉਸ ਵੇਲੇ ਸਨ, ਉਹ ਸਾਰੇ ਫਿਰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਆ ਕੇ ਮਿਲੇ। ਤੇ ਭਾਈ ਲਹਿਣਾ ਸਾਹਿਬ ਜੀ ਜਿਹੜੇ ਕਬੀਰ ਪੰਥੀਏ ਨੇ, ਉਹਨਾਂ ਨੇ ਵੀ ਬਚਨ ਲਿਖਿਆ ਕਿ ਭਗਤ ਕਬੀਰ ਸਾਹਿਬ ਜੀ ਵੀ ਮਿਲੇ ਆ ਕੇ ਗੁਰੂ ਨਾਨਕ ਸਾਹਿਬ ਨੂੰ। ਉਦੋਂ ਭਗਤ ਜੀਆਂ ਦੀ ਉਮਰਾਂ 106 ਸਾਲ ਦੀ ਹੈ। ਇੰਨੀ ਵੱਡੀ ਉਮਰਾਂ ਦੇ ਵਿੱਚ ਕਬੀਰ ਸਾਹਿਬ ਜੀ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਮਿਲੇ। ਪਹਿਲਾਂ ਸਰਗੁਣ ਦੇ ਉਪਾਸਕ ਸਨ, ਬਾਅਦ ਵਿੱਚ ਨਿਰਗੁਣ ਦੇ ਉਪਾਸਕ ਬਣ ਗਏ। ਸੋ ਐਸੇ ਭਗਤ ਜਿਹੜੇ ਨੇ ਉਹ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਮਿਲੇ। ਗਿਆਨੀ ਗਿਆਨ ਸਿੰਘ ਜੀਆਂ ਨੇ ਵੀ ਆਪਣੇ ਗ੍ਰੰਥ ਵਿੱਚ ਇਹ ਬਚਨ ਲਿਖਿਆ ਹੈ। ਕਬੀਰ ਸਾਹਿਬ ਜੀ ਨੂੰ ਸਵਾਲ ਕੀਤਾ, ਕਹਿੰਦੇ ਰੱਬ ਕਿੱਥੇ ਰਹਿੰਦਾ?
ਉਹਦਾ ਟਿਕਾਣਾ ਕਿਹੜਾ ਹੈ। ਤੇ ਸਾਰਿਆਂ ਨੂੰ, ਇਹ ਸਾਰੇ ਖਿੜੇ ਹੋਏ ਨੇ, ਫੁੱਲ ਵੀ ਖਿੜੇ, ਰੁੱਖ ਵੀ ਖਿੜੇ, ਇਹ ਸਭ ਕੁਝ ਖਿੜਿਆ ਹੋਇਆ ਹੈ। ਇਹਨਾਂ ਨੂੰ ਖਿੜਾ ਕੌਣ ਰਿਹਾ। ਤੇ ਰਹਾਉ ਦੀਆਂ ਪੰਕਤੀਆਂ ਵਿੱਚ ਮਹਾਰਾਜ ਕਿਰਪਾ ਕਰਦੇ ਹਨ। ਜਹ ਦੇਖੋ ਤਹ ਰਿਆ ਸਮਾਏ। ਕਬੀਰ ਸਾਹਿਬ ਜੀ ਕਹਿੰਦੇ ਕਿ ਰਾਜਾ ਰਾਮ ਮੌਲਿਆ ਅਨੰਤ ਭਾਏ। ਜਿਹੜਾ ਰਾਜਾ ਹੈ ਨਾ ਪਰਮਾਤਮਾ ਰਾਮ ਰਮਿਆ ਹੋਇਆ, ਕਹਿੰਦੇ ਭਾਈ ਰਾਜਾ ਰਾਮ ਮੌਲਿਆ। ਮੌਲਿਆ ਕੀ ਇਹ ਮਿਲਿਆ ਹੋਇਆ, ਪਰਮਾਤਮਾ ਹੀ ਸਾਰਿਆਂ ਵਿੱਚ ਮਿਲਿਆ ਹੋਇਆ ਹੈ। ਤਾਂ ਹੀ ਇਹ ਜਿੰਨੇ ਬ੍ਰਿਸ਼ ਨੇ, ਜਿੰਨੀਆਂ ਜੜ੍ਹਾਂ ਨੇ, ਜਿੰਨੇ ਰੁੱਖ ਨੇ, ਜਿੰਨੇ ਜੋ ਵੀ ਕੁਝ ਬਣਿਆ ਹੋਇਆ ਹੈ, ਬ੍ਰਿਸ਼ ਦੇ ਵਿੱਚ ਉਹ ਪਰਮਾਤਮਾ ਬ੍ਰਿਸ਼ ਰੂਪ ਹੈ, ਰੁੱਖ ਦੇ ਵਿੱਚ ਰੁੱਖ ਰੂਪ ਹੋ ਰਿਹਾ, ਜੜ੍ਹ ਦੇ ਵਿੱਚ ਉਹ ਜੜ੍ਹ ਰੂਪ ਹੋ ਰਿਹਾ, ਫਲਾਂ ਦੇ ਵਿੱਚ ਫਲ ਰੂਪ ਹੋ ਰਿਹਾ, ਸੁਗੰਧੀ ਵਿੱਚ ਉਹ ਸੁਗੰਧੀ ਰੂਪ ਹੋ ਰਿਹਾ। ਇਸ ਤਰ੍ਹਾਂ ਉਹ ਪਰਮਾਤਮਾ ਜਿਹੜਾ ਹੈ ਮੌਲਿਆ ਕਹੀਏ ਸਾਰਿਆਂ ਥਾਵਾਂ 'ਤੇ ਮਿਲ ਰਿਹਾ ਹੈ। ਅਨੰਤ ਭਾਏ, ਅਨੇਕ ਤਰ੍ਹਾਂ ਦੇ ਨਾਲ ਸਾਰਿਆਂ ਜਗ੍ਹਾ ਦੇ ਵਿੱਚ ਉਸ ਦੀ ਜੋਤ ਹੈ। ਜੈ ਦੇਖੋ ਤੈ ਰਿਆ ਸਮਾਏ। ਕਬੀਰ ਸਾਹਿਬ ਜੀ ਨੂੰ ਪੁੱਛਿਆ, ਕਹਿੰਦੇ ਪਰਮਾਤਮਾ ਰਹਿੰਦਾ ਕਿੱਥੇ ਹੈ। ਕਹਿਣ ਲੱਗੇ ਜਹ ਦੇਖੋ, ਮੈਂ ਤੇ ਜਿੱਥੇ ਵੇਖਦਾ ਮੈਨੂੰ ਤੇ ਉੱਥੇ ਹੀ ਦਿਸਦਾ। ਤੁਹਾਡੇ ਮਨ ਵਿੱਚ ਇਹ ਵਿਚਾਰ ਹੋਵੇਗੀ ਵੀ ਉਹਦਾ ਵੱਖਰਾ ਕੋਈ ਘਰ ਹੋਵੇਗਾ, ਵੱਖਰਾ ਕੋਈ ਟਿਕਾਣਾ ਹੋਵੇਗਾ, ਪਰ ਮੈਂ ਤੇ ਜਿੱਥੇ ਵੀ ਵੇਖਾਂ ਮੈਨੂੰ ਤੇ ਉੱਥੇ ਹੀ ਉਹ ਦਿਖਾਈ ਦਿੰਦਾ। ਤੇ ਮੈਂ ਕਿਵੇਂ ਕਹਿ ਦਿਆਂ ਵੀ ਪਰਮਾਤਮਾ ਇੱਥੇ ਨਹੀਂ ਹੈ ਤੇ ਉੱਥੇ ਹੈ। ਜੈ ਦੇਖੋ, ਜਿੱਥੇ ਦੇਖਦਾ ਹਾਂ, ਤਹਿ ਰਹਾ ਸਮਾਏ, ਉਹ ਪਰਮਾਤਮਾ ਉੱਥੇ ਹੀ ਸਮਾਇਆ ਹੋਇਆ ਹੈ। ਮੌਲੀ ਧਰਤੀ ਮੌਲਿਆ ਆਕਾਸ਼। ਹੁਣ ਕਬੀਰ ਸਾਹਿਬ ਜੀ ਕਹਿੰਦੇ ਵੀ ਧਰਤੀ ਦੇ ਵਿੱਚ ਵੀ ਭਾਈ ਉਹ ਪਰਮਾਤਮਾ ਮੌਲੀ ਕਹੀਏ ਮਿਲਿਆ ਹੋਇਆ। ਧਰਤੀ ਦੇ ਕਣ ਕਣ ਦੇ ਵਿੱਚ, ਰੇਤਾ ਦੇ ਕਣ ਕਣ, ਮਿੱਟੀ ਦੇ ਧੂੜ ਧੂੜ ਵਿੱਚ ਉਹ ਪਰਮਾਤਮਾ ਸਮਾਇਆ ਹੋਇਆ। ਤੇ ਜਿਹੜਾ ਆਕਾਸ਼ ਹੈ, ਆਕਾਸ਼ ਦੇ ਵਿੱਚ ਵੀ ਉਹ ਪਰਮਾਤਮਾ ਸਮਾਇਆ ਹੋਇਆ ਹੈ। ਸੋ ਇਸ ਤਰ੍ਹਾਂ ਉਹ ਸਾਰਿਆਂ ਦੇ ਵਿੱਚ ਹੈ। ਆਕਾਸ਼ ਨੂੰ ਵੀ ਉਸਨੇ ਖੜਾ ਕੀਤਾ ਹੋਇਆ, ਆਕਾਸ਼ ਵੀ ਜਿਹੜਾ ਖਿੜਿਆ ਹੋਇਆ ਉਹਦੇ ਹੁਕਮ ਦੇ ਵਿੱਚ ਹੈ। ਇਹ ਜਿਹੜੀ ਧਰਤੀ ਹੈ ਇਹ ਵੀ ਉਹਦੇ ਆਸਰੇ ਖਲੋਤੀ ਹੈ। ਧਰਤੀ ਹੋਰ ਪਰੈ, ਹੋਰ ਇਹ ਜਿੰਨੀ ਵੀ ਧਰਤੀ ਹੈ ਉਹਦੇ ਆਸਰੇ ਦੇ ਵਿੱਚ ਹੈ। ਗੁਰਮੁਖੋ ਧਰਤੀ ਸਭ ਤੋਂ ਥੱਲੇ ਵਾਲਾ ਤੱਤ ਹੈ, ਆਕਾਸ਼ ਸਭ ਤੋਂ ਉੱਪਰ ਵਾਲਾ ਤੱਤ ਹੈ। ਬਾਕੀ ਦੇ ਤਿੰਨ ਤਾਤੇ ਦੇ ਵਿੱਚ ਨੇ, ਜਿਵੇਂ ਅੱਗ ਹੈ ਤੇ ਪਾਣੀ ਹੈ ਤੇ ਹਵਾ ਹੈ, ਇਹ ਤਿੰਨ ਤਾਤੇ ਦੇ ਵਿੱਚ ਨੇ। ਇਸ ਤਰ੍ਹਾਂ ਕਬੀਰ ਸਾਹਿਬ ਜੀ ਇਹ ਪੰਜਾਂ ਤੱਤਾਂ ਦੀ ਗੱਲ ਕਰਦੇ ਵੀ ਪੰਜਾਂ ਤੱਤਾਂ ਵਿੱਚ ਹੀ ਉਹ ਸਮਾਇਆ ਹੈ। ਭਾਵੇਂ ਉਹ ਧਰਤੀ ਹੋਵੇ, ਭਾਵੇਂ ਆਕਾਸ਼ ਹੈ, ਭਾਵੇਂ ਪਾਣੀ ਹੈ, ਭਾਵੇਂ ਹਵਾ ਹੈ ਤੇ ਭਾਵੇਂ ਇਸੇ ਤਰ੍ਹਾਂ ਅੱਗ ਹੈ। ਇਹਨਾਂ ਸਾਰੇ ਤੱਤਾਂ ਵਿੱਚ ਉਹ ਪਰਮਾਤਮਾ ਸਮਾ ਰਿਹਾ ਹੈ। ਘਟ ਘਟ ਮੌਲਿਆ ਆਤਮ ਪ੍ਰਗਾਸ। ਉਹ ਪਰਮਾਤਮਾ ਆਤਮਾ ਰੂਪ ਹੋ ਕੇ ਸਾਰਿਆਂ ਘਟਾਂ ਦੇ ਵਿੱਚ ਹੀ ਮਿਲਿਆ। ਘਟ ਕਹੀਏ ਹਿਰਦਾ, ਸਾਰੇ ਹਿਰਦਿਆਂ ਵਿੱਚ ਉਹ ਮਿਲਿਆ ਹੋਇਆ ਹੈ, ਸਾਰੀ ਜਗ੍ਹਾ ਤੇ ਮਿਲਿਆ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਗੁਰਬਾਣੀ ਦਾ ਬਚਨ ਇਹ ਹੈ ਵੀ ਹਰੇਕ ਘਟ ਹਿਰਦੇ ਵਿੱਚ ਉਹ ਪਰਮਾਤਮਾ ਮਿਲਿਆ ਹੋਇਆ ਕਿ ਇਹ ਸਮਾਇਆ ਹੋਇਆ ਹੈ। ਮਹਾਰਾਜ ਫਿਰ ਫਰਮਾਉਂਦੇ ਹਨ, ਘਟ ਘਟ ਮੌਲਿਆ ਆਤਮ ਪ੍ਰਗਾਸ। ਉਹ ਪਰਮਾਤਮਾ ਜਿਹੜਾ ਪ੍ਰਕਾਸ਼ ਰੂਪ ਹੈ, ਆਤਮਾ ਰੂਪ ਹੋ ਕੇ ਹਰੇਕ ਸਰੀਰ ਦੇ ਵਿੱਚ ਬੈਠਾ ਹੋਇਆ। ਅਤੇ ਇਸੇ ਤਰ੍ਹਾਂ ਇਹ ਸਰੀਰ ਕਿੱਥੋਂ ਬਣੇ ਨੇ। ਕਹਿੰਦੇ ਚਾਰ ਖਾਣੀਆਂ ਤੋਂ ਬਣੇ ਨੇ, ਅੰਡਜ, ਜੀਰਜ, ਸੇਤਜ ਤੇ ਉਤਪੁਜ। ਜਿਹੜਾ ਪਰਮਾਤਮਾ ਹੈ ਉਹ ਆਂਡਿਆਂ ਦੇ ਵਿੱਚ ਤੇ ਆਂਡਿਆਂ ਤੋਂ ਪੈਦਾ ਹੋਣ ਵਾਲੇ ਜੀਵਾਂ ਵਿੱਚ ਵੀ ਬੈਠਾ ਹੈ, ਜੀਰ ਤੋਂ ਪੈਦਾ ਹੋਣ ਵਾਲੇ ਉਹਨਾਂ ਵਿੱਚ ਵੀ ਬੈਠਾ ਹੈ, ਪਸੀਨੇ ਤੋਂ ਪੈਦਾ ਹੋਣ ਵਾਲੇ ਉਹਨਾਂ ਦੇ ਵਿੱਚ ਵੀ ਮਿਲਿਆ ਹੈ, ਮਿੱਟੀ ਧਰਤੀ ਤੋਂ ਪੈਦਾ ਹੋਣ ਵਾਲੇ ਉਹਨਾਂ ਵਿੱਚ ਵੀ ਉਹ ਮਿਲਿਆ ਹੋਇਆ। ਸਾਰੇ ਥਾਵਾਂ ਤੇ ਸਮਾਇਆ। ਇਸ ਤੋਂ ਪਹਿਲੀ ਪੰਕਤੀ ਵਿੱਚ ਮਹਾਰਾਜ ਬਖਸ਼ਦੇ ਹਨ, ਮੌਲੀ ਧਰਤੀ ਮੌਲਿਆ ਆਕਾਸ਼। ਗੁਰਮੁਖੋ ਧਰਤੀ ਕੀ ਹੈ। ਧਰਤੀ ਹੈ ਸਾਡਾ ਸਰੀਰ। ਸਾਡੇ ਸਰੀਰ ਵਿੱਚ ਵੀ ਉਹ ਪਰਮਾਤਮਾ ਬੈਠਾ ਹੋਇਆ ਹੈ। ਅੱਖਾਂ ਦੇ ਵਿੱਚ ਉਹ ਜੋਤ ਰੂਪ ਹੋ ਕੇ ਬੈਠਾ, ਤਾਂ ਹੀ ਸਾਡੀਆਂ ਅੱਖਾਂ ਵੇਖਦੀਆਂ ਪਈਆਂ। ਕੰਨਾਂ ਦੇ ਵਿੱਚ ਉਹ ਬੈਠਾ, ਤਾਂ ਹੀ ਸਾਡੇ ਕੰਨ ਸੁਣਦੇ ਪਏ। ਨਾਸਕਾ ਦੇ ਵਿੱਚ ਉਹ ਸਾਹ ਰੂਪ ਹੋ ਰਿਹਾ, ਜ਼ੁਬਾਨ ਦੇ ਵਿੱਚ ਉਹ ਰਸ ਰੂਪ ਹੋ ਰਿਹਾ। ਇਸ ਤਰ੍ਹਾਂ ਸਾਡੇ ਸਾਰੇ ਸਰੀਰ ਵਿੱਚ ਹੀ ਉਹ ਬੈਠਾ ਹੋਇਆ। ਮੌਲੀ ਧਰਤੀ, ਧਰਤੀ ਕਹੀਏ ਜੋ ਦੇਹ ਹੈ ਸਰੀਰ, ਇਹਦੇ ਵਿੱਚ ਵੀ ਉਹ ਮਿਲਿਆ ਹੋਇਆ। ਮੌਲਿਆ ਆਕਾਸ਼, ਆਕਾਸ਼ ਕੀ ਜਿਹੜਾ ਸਾਡਾ ਹਿਰਦਾ ਹੈ, ਹਿਰਦੇ ਵਿੱਚ ਵੀ ਉਹ ਪਰਮਾਤਮਾ ਮੌਲਿਆ ਕਹੀਏ ਮਿਲਿਆ ਹੋਇਆ, ਸੁਭਾਏਮਾਨ ਹੈ, ਬੈਠਾ ਹੋਇਆ ਹੈ। ਘਟ ਘਟ ਮੌਲਿਆ ਆਤਮ ਪ੍ਰਗਾਸ। ਉਹ ਆਤਮਾ ਰੂਪ ਪਰਮਾਤਮਾ ਹਰੇਕ ਘਟ ਵਿੱਚ ਬੈਠਾ, ਚਾਰੇ ਖਾਣੀਆਂ ਵਿੱਚ ਬੈਠਾ ਹੈ। ਸਾਰਿਆਂ ਵਿੱਚ ਉਸ ਦਾ ਜਿਹੜਾ ਹੈ ਉਹ ਨੂਰ ਪ੍ਰਕਾਸ਼ ਹੋ ਰਿਹਾ ਹੈ। ਰਾਜਾ ਰਾਮ ਮੌਲਿਆ ਅਨੰਤ ਭਾਏ। ਉਹ ਪਰਮਾਤਮਾ ਰਾਜਾ ਹੈ। ਰਾਜਾ ਕਹੀਏ
ਸਾਰਿਆਂ ਨੂੰ ਰਿਜ਼ਕ ਦੇਣ ਵਾਲਾ ਹੈ। ਰਾਮ ਕਹੀਏ ਰਮਿਆ ਹੋਇਆ ਸਾਰੇ ਥਾਵਾਂ ਤੇ। ਅਨੰਤ ਭਾਏ, ਅੰਤ ਤੋਂ ਭਾਵ ਹੁੰਦਾ ਅਨੇਕ ਤਰ੍ਹਾਂ ਕਰਕੇ ਸਾਰਿਆਂ ਦੇ ਵਿੱਚ ਹੀ ਭਾਏ ਮਿਲਿਆ ਹੋਇਆ ਪਰਮਾਤਮਾ। ਉਸਨੇ ਸਾਰਿਆਂ ਨੂੰ ਮੌਲਿਆ ਕਹੀਏ ਖੰਡਾਇਆ ਹੋਇਆ, ਸਾਰੇ ਹੀ ਖਿੜੇ ਹੋਏ ਉਹਦੀ ਚੇਤਨ ਸਤਾ ਦੇ ਨਾਲ। ਜਹ ਦੇਖੋ ਤਹ ਰਹਾ ਸਮਾਏ। ਕਬੀਰ ਸਾਹਿਬ ਜੀ ਕਹਿਣ ਲੱਗੇ ਵੀ ਜਿੱਥੇ ਵੀ ਦੇਖਦੇ ਆ ਪਰਮਾਤਮਾ ਤੇ ਸਾਨੂੰ ਉੱਥੇ ਹੀ ਸਮਾਇਆ ਹੋਇਆ, ਉੱਥੇ ਹੀ ਬੈਠਾ ਹੋਇਆ ਦਿਸਦਾ। ਕੋਈ ਇਹੋ ਜਿਹੀ ਜਗ੍ਹਾ ਨਹੀਂ ਹੈ ਵੀ ਜਿੱਥੇ ਨਾ ਹੋਵੇ। ਉਸ ਵੇਲੇ ਕਬੀਰ ਸਾਹਿਬ ਜੀ ਨੂੰ ਪੁੱਛਿਆ, ਕਹਿੰਦੇ ਫਿਰ ਹੋਰ ਆਪ ਜੀ ਦੱਸੋ, ਤੇ ਫਰਮਾਉਂਦੇ ਹਨ ਰਹਾਉ ਦੁਤੀਆ ਮੌਲੇ ਚਾਰ ਵੇਦ। ਕਬੀਰ ਸਾਹਿਬ ਜੀ ਕਹਿਣ ਲੱਗੇ ਭਾਈ ਹੁਣ ਦੂਜੀ ਗੱਲ ਹੋਰ ਅਸੀਂ ਕਹਿੰਦੇ ਆ ਕਿ ਜਿਹੜੇ ਚਾਰ ਵੇਦ ਨੇ ਨਾ, ਉਹਨਾਂ ਚੌਹਾਂ ਵੇਦਾਂ ਦੇ ਵਿੱਚ ਵੀ ਉਹ ਪਰਮਾਤਮਾ ਮਿਲਿਆ ਹੋਇਆ ਹੈ। ਜਿਵੇਂ ਸ਼ਾਮ ਵੇਦ ਹੈ ਨਾ, ਐਸੇ ਤਰ੍ਹਾਂ ਰਿਗ ਵੇਦ ਹੈ, ਯਜੁਰ ਵੇਦ ਹੈ, ਅਥਰਵਣ ਵੇਦ ਹੈ। ਚਾਰ ਵੇਦਾਂ ਦੇ ਇਹ ਗ੍ਰੰਥ ਨੇ। 1.25 ਲੱਖ ਇਹਨਾਂ ਦੀ ਸੁਰਤੀ ਹੈ। ਇਹਨਾਂ ਸਾਰੀਆਂ ਸੁਰਤੀਆਂ ਕਹੀਏ ਸ਼ਲੋਕਾਂ ਦੇ ਵਿੱਚ ਉਹ ਪਰਮਾਤਮਾ ਆਪ ਹੀ ਮਿਲਿਆ ਹੋਇਆ। ਇਹਨਾਂ ਵੇਦਾਂ ਦੇ ਵਿੱਚ ਵੀ ਆਪ ਮਿਲਿਆ ਹੋਇਆ ਹੈ। ਪਾਤਸ਼ਾਹ ਕਹਿਣ ਲੱਗੇ ਦੁਤੀਆ ਮੌਲੇ ਚਾਰ ਵੇਦ। ਇਹ ਜਿਹੜੇ ਚਾਰ ਵੇਦ ਨੇ ਵੱਡੇ ਧਾਰਮਿਕ ਗ੍ਰੰਥ, ਇਹਨਾਂ ਦੇ ਵਿੱਚ ਅੱਖਰ ਅੱਖਰ ਰੂਪ ਹੋ ਕੇ ਉਹ ਮਿਲਿਆ ਹੋਇਆ ਕਿ ਇਹ ਬੈਠਾ ਹੋਇਆ ਹੈ। ਵੇਦਾਂ ਦਾ ਰੂਪ ਵੀ ਉਹ ਪਰਮਾਤਮਾ ਆਪ ਹੋ ਰਿਹਾ ਹੈ। ਸਿਮਰਤ ਮੌਲੀ ਸਿਉ ਕਤੇਬ। ਪਾਤਸ਼ਾਹ ਕਹਿਣ ਲੱਗੇ ਗੁਰਮੁਖੋ ਇਹ ਚਾਰ ਸਿਮਰਤੀਆਂ ਨੇ। ਸੋ ਸਿਮਰਤ ਮੌਲੀ ਇਹ 27 ਸਿਮਰਤੀਆਂ ਨੇ ਜਿਹੜੇ ਧਾਰਮਿਕ ਗ੍ਰੰਥ ਨੇ ਹਿੰਦੂ ਮਤ ਦੇ, ਜਿਹਦੇ ਵਿੱਚ ਇੱਕ ਨੂੰ ਕਿਹਾ ਜਾਂਦਾ ਹੈ ਕਿ ਮਨੂ ਸਿਮਰਤੀ ਹੈ। ਐਸੇ ਤਰ੍ਹਾਂ ਇਹ ਵਿਰਧ ਨਾਮ ਦੀ ਸਿਮਰਤੀ ਹੈ, ਇਹ ਵਿਸ਼ਨੂੰ ਸਿਮਰਤੀ ਹੈ, ਇਹ ਲਗ ਸਿਮਰਤੀ ਹੈ। ਇਹਨਾਂ ਸਿਮਰਤੀਆਂ ਦੇ ਨਾਮ ਨੇ। ਕਹਿਣ ਲੱਗੇ ਭਾਈ ਉਹ 27 ਸਿਮਰਤੀਆਂ ਵਿੱਚ ਵੀ ਬੈਠਾ ਹੈ। ਸਿਮਰਤੀ ਤੋਂ ਭਾਵ ਹੁੰਦਾ ਚੇਤੇ ਕਰਨਾ, ਜਿਸ ਨੂੰ ਪੜ੍ਹ ਕੇ ਵੇਦ ਚੇਤੇ ਆ ਜਾਣ। ਵੇਦਾਂ ਦਾ ਉਲੱਥਾ ਹੀ ਹੈ ਸਿਮਰਤੀਆਂ ਵਿੱਚ। ਵੇਦ ਪੜ੍ਹਨੇ ਥੋੜੇ ਜਿਹੇ ਔਖੇ ਲੱਗਦੇ, ਸਿਮਰਤੀ ਪੜ੍ਹਨੀ ਥੋੜੀ ਜਿਹੀ ਸੌਖੀ ਹੈ। ਤੇ ਉਹਦੇ ਵਿੱਚੋਂ ਫਿਰ ਪੜ੍ਹ ਕੇ ਤੇ ਫਿਰ ਵੇਦਾਂ ਨੂੰ ਜਾਣਨਾ। ਜਿਵੇਂ ਗੁਰਮਤਿ ਵਿੱਚ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਨ, ਸਾਨੂੰ ਕਈ ਵਾਰੀ ਸਮਝ ਨਹੀਂ ਆਉਂਦੀ, ਉਹਦੇ ਵਾਸਤੇ ਫਿਰ ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹਨੀਆਂ ਪੈਂਦੀਆਂ, ਕਵਿੱਤ ਪੜ੍ਹਨੇ ਪੈਂਦੇ। ਉਹ ਪੜ੍ਹ ਕੇ ਫਿਰ ਬਾਣੀ ਬੜੀ ਸਮਝ ਆਉਂਦੀ ਹੈ, ਉਹਦੇ ਵਿੱਚੋਂ ਸਮਝ ਪੈਣ ਲੱਗ ਪੈਂਦੀ ਹੈ। ਇਸ ਤਰ੍ਹਾਂ ਕਹਿੰਦੇ ਵੀ ਜਿਹੜੀਆਂ ਸਿਮਰਤੀਆਂ ਨੇ ਇਹ ਹੈ ਵੇਦਾਂ ਦਾ ਹੀ ਰੂਪ ਨੇ। ਵੇਦ ਚਾਰ ਨੇ, ਇਹਨਾਂ ਦੀ ਗਿਣਤੀ ਗਾਂ ਸਿਮਰਤੀਆਂ ਦੀ 27 ਬਣਾ ਦਿੱਤੀ ਵਿਦਵਾਨਾਂ ਨੇ, ਤਾਂ ਕਿ ਪੜ੍ਹਨ ਲੱਗਿਆ ਸਮਝ ਆਵੇ। ਕਹਿਣ ਲੱਗੇ ਭਾਈ ਉਹ 27 ਸਿਮਰਤੀਆਂ ਦੇ ਵਿੱਚ ਵੀ ਪਰਮਾਤਮਾ ਬੈਠਾ ਹੈ। ਸਿਮਰਤ ਮੌਲੀ ਸਿਉ ਕਤੇਬ। ਕਤੇਬ ਗੁਰਮੁਖੋ ਮੁਸਲਮਾਨ ਧਾਰਮਿਕ ਚਾਰ ਗ੍ਰੰਥ ਨੇ। ਇਹਨਾਂ ਦਾ ਨਾਮ ਕਤੇਬਾਂ ਦਾ ਹੈ ਅੰਜੀਲ, ਇੱਕ ਦਾ ਨਾਮ ਹੈ ਤੌਰੇਤ, ਇੱਕ ਦਾ ਨਾਮ ਹੈ ਜੰਬੂਰ, ਤੇ ਇੱਕ ਦਾ ਨਾਮ ਹੈ ਕੁਰਾਨ। ਇਹ ਚਾਰ ਕਤੇਬਾਂ ਨੇ। ਜਿਵੇਂ ਹਿੰਦੂ ਧਰਮ ਦੇ ਚਾਰ ਗ੍ਰੰਥ ਨੇ ਨਾ, ਚਾਰ ਵੇਦ, ਐਸੇ ਤਰ੍ਹਾਂ ਇਸਲਾਮ ਦੇ ਵੀ ਚਾਰ ਧਾਰਮਿਕ ਗ੍ਰੰਥ ਨੇ। ਉਹਨਾਂ ਦੇ ਇਹ ਨਾਮ ਵਿਦਵਾਨਾਂ ਨੇ ਲਿਖੇ ਨੇ। ਐਸੇ ਤਰ੍ਹਾਂ ਗੁਰਮੁਖੋ ਜਿਹੜੀ ਅੰਜੀਲ ਨਾਮ ਦੀ ਪੁਸਤਕ ਹੈ ਨਾ ਗ੍ਰੰਥ, ਇਸ ਨੂੰ ਇਹਦੇ ਵਿੱਚ ਈਸੇ ਦਾ ਜੀਵਨ ਕਥਨ ਕੀਤਾ ਹੈ, ਜਿਸ ਦਾ ਵਰਣਨ ਇਹ ਹੁੰਦਾ ਵੀ ਉਹ ਮਰੀਅਮ ਦਾ ਪੁੱਤਰ ਸੀਗਾ ਪੈਗੰਬਰ ਈਸਾ, ਅਤੇ ਮਰੀਅਮ ਨੇ ਜਨਮ ਦਿੱਤਾ ਅਤੇ ਫਿਰ ਵੱਡਾ ਹੋ ਕੇ ਉਸਨੇ ਉਪਦੇਸ਼ ਦਿੱਤਾ ਤੇ ਈਸਾਈ ਲੋਕ ਉਸ ਨੂੰ ਮੰਨਦੇ ਨੇ। ਇਹ ਜਿਹੜਾ ਤੌਰੇਤ ਅੰਜੀਲ ਨਾਮ ਦਾ ਜਿਹੜਾ ਗ੍ਰੰਥ ਹੈ, ਇਹ ਈਸਾ ਜਿਹੜਾ ਪੈਗੰਬਰ ਹੈ, ਜਿਹੜਾ ਮਰੀਅਮ ਦਾ ਪੁੱਤਰ ਹੋਇਆ, ਇਹ ਇਸ ਨੇ ਉਚਾਰਨ ਕਰਕੇ ਤੇ ਆਪਣੇ ਚੇਲਿਆਂ ਨੂੰ ਉਪਦੇਸ਼ ਦੇ ਕੇ ਆਖਿਆ, ਮੇਰੇ ਚੇਲਿਓ ਤੁਸੀਂ ਮੇਰੀਆਂ ਭੇਡਾਂ, ਮੈਂ ਤੁਹਾਡਾ ਚਾਰਨ ਵਾਲਾ। ਸੋ ਜਿਵੇਂ ਮੈਂ ਕਹਾਂ ਤੁਸੀਂ ਉਵੇਂ ਮੇਰੀ ਗੱਲ ਮੰਨੋ। ਭੇਡਾਂ ਨੂੰ ਚਾਰਨ ਵਾਲਾ, ਜਿਵੇਂ ਭੇਡਾਂ ਨੂੰ ਸੋਟੀ ਮਾਰ ਕੇ ਜਿੱਧਰ ਨੂੰ ਤੋਰੇ ਭੇਡਾਂ ਉਧਰ ਨੂੰ ਹੀ ਤੁਰ ਪੈਂਦੀਆਂ। ਇਹ ਮੁਹੰਮਦ ਈਸਾ ਨੇ ਕਿਹਾ ਸੀ ਵੀ ਮੈਂ ਆ ਤੁਹਾਨੂੰ ਚਾਰਨ ਵਾਲਾ, ਤੁਹਾਡਾ ਮਾਲਕ, ਤੁਸੀਂ ਮੇਰੇ ਚੇਲੇ, ਮੇਰੀਆਂ ਭੇਡਾਂ, ਜੋ ਮੈਂ ਕਹਾਂ ਉਹ ਮੰਨਿਆ ਕਰੋ ਤਾਂ ਮੈਂ ਤੁਹਾਨੂੰ ਮੁਕਤੀ ਦੇਵਾਂਗਾ। ਇਸ ਤਰ੍ਹਾਂ ਅੰਜੀਲ ਇਸ ਈਸੇ ਪੈਗੰਬਰ ਨੇ ਜਿਹੜੀ ਹੈ ਉਹ ਉਪਦੇਸ਼ ਦਿੱਤਾ ਹੈ। ਦੂਜੇ ਨੰਬਰ ਤੇ ਤੌਰੇਤ ਜਿਹੜੀ ਹੈ ਮੂਸਾ ਨਾਮ ਦਾ ਪੈਗੰਬਰ ਹੋਇਆ ਹੈ। ਯਹੂਦੀ ਜਿਹੜੇ ਨਾ ਦੁਨੀਆ ਦੇ ਵਿੱਚ ਬੜੀ ਵੱਡੀ ਕੌਮ ਹੈ ਯਹੂਦੀਏ, ਇਹ ਉਹਨਾਂ ਦਾ ਪੈਗੰਬਰ ਹੈ ਅਤੇ ਇਸ ਨੇ ਇਹਦੇ ਵਿੱਚ ਯਹੂਦੀਆਂ ਨੂੰ ਉਪਦੇਸ਼ ਦਿੱਤਾ ਹੈ। ਮੂਸਾ ਨਾਮ ਦਾ ਇਹ ਪੈਗੰਬਰ ਹੈ। ਯਹੂਦੀਏ ਇਹਦੀ ਬਾਣੀ ਨੂੰ, ਇਹਦੇ ਗ੍ਰੰਥ ਨੂੰ ਹੀ ਪੜ੍ਹਦੇ, ਇਹਨੂੰ ਹੀ, ਇਹਦੇ ਦਿੱਤੇ ਹੋਏ ਉਪਦੇਸ਼ ਦੇ ਉੱਪਰ ਚੱਲਦੇ। ਤੀਜੇ ਨੰਬਰ ਤੇ ਜੰਬੂਰ ਨਾਮ ਦੀ ਜਿਹੜੀ ਕਤੇਬ ਹੈ, ਇਸ ਨੂੰ ਇਬਰਾਹੀਮ ਨਾਮ ਦਾ ਇੱਕ ਪੈਗੰਬਰ ਹੈ,
ਇਹ ਉਸਨੇ ਉਚਾਰੀ ਹੈ ਇਬਰਾਹੀਮ ਪੈਗੰਬਰ ਨੇ, ਅਤੇ ਆਪਣੀ ਪ੍ਰਜਾ ਨੂੰ ਉਸਨੇ ਉਪਦੇਸ਼ ਦਿੱਤਾ ਵੀ ਇਸ ਤਰ੍ਹਾਂ ਜੀਵਨ ਬਤੀਤ ਕਰਨਾ ਚਾਹੀਦਾ ਹੈ। ਇਹ ਤੀਜੀ ਕਿਤਾਬ ਹੈ। ਇਹ ਚੌਥੀ ਨਾਮ ਤੇ ਜਿਹੜੀ ਕਿਤਾਬ ਹੈ ਉਹਨੂੰ ਕੁਰਾਨ ਕਿਹਾ ਜਾਂਦਾ, ਜਿਸ ਨੂੰ ਕਹਿੰਦੇ ਕੁਰਾਨ ਸ਼ਰੀਫ। ਇਹ ਕੁਰਾਨ ਸ਼ਰੀਫ ਨਾਮ ਦੀ ਚੌਥੀ ਕਿਤਾਬ ਹੈ। ਇਸ ਨੂੰ ਜਿਹੜੇ ਪੈਗੰਬਰ ਨੇ ਉਹ ਮੁਹੰਮਦ ਸਾਹਿਬ ਨੇ ਉਚਾਰਿਆ ਹੈ। ਜੋ ਮੁਹੰਮਦ ਨਾਮ ਦਾ ਪੈਗੰਬਰ ਹੋਇਆ ਨਾ ਇਸਲਾਮ ਧਰਮ ਦੇ ਵਿੱਚ, ਇਹ ਉਹਦੀ ਬਣਾਈ ਹੋਈ ਕਿਤਾਬ ਹੈ ਜਿਸ ਨੂੰ ਕੁਰਾਨ ਸ਼ਰੀਫ ਆਖਿਆ ਜਾਂਦਾ ਹੈ। ਉਸਨੇ ਆਖਿਆ ਸੀ ਜਦੋਂ ਮੈਂ ਮੱਕੇ ਦੇ ਦਰਸ਼ਨ ਕਰਨ ਜਾਂਦਾ ਹਾਂ, ਮੈਨੂੰ ਉੱਥੇ ਕਈ ਤਰ੍ਹਾਂ ਦੀਆਂ ਆਇਤਾਂ ਜਿਹੜੀਆਂ ਨੇ ਉਹ ਪ੍ਰਾਪਤ ਹੁੰਦੀਆਂ, ਕਿ ਉਹਨਾਂ ਆਇਤਾਂ ਨੂੰ ਮੈਂ ਇਸ ਗ੍ਰੰਥ ਵਿੱਚ ਲਿਖਿਆ ਹੈ। ਇਸ ਤਰ੍ਹਾਂ ਕਿ ਮੱਕੇ ਦੇ ਵਿੱਚ ਆ ਕੇ ਉਤਰੀਆਂ ਆਇਤਾਂ ਉਹ ਮੈਂ ਆਪ ਜੀ ਨੂੰ ਦੱਸੀਆਂ, ਆਪਣੇ ਚੇਲਿਆਂ ਨੂੰ ਦੱਸੀਆਂ ਭਲਾ ਕਰਨ ਵਾਸਤੇ। ਇਸ ਤਰ੍ਹਾਂ ਇਹ ਗ੍ਰੰਥਾਂ ਵਿੱਚ ਲਿਖਿਆ ਹੋਇਆ ਵੀ 4 ਕਿਤਾਬਾਂ, 4 ਪੈਗੰਬਰ ਨੇ। ਇੱਕ ਦਾ ਨਾਮ ਹੈ ਈਸਾ ਪੈਗੰਬਰ, ਦੂਜਾ ਹੈ ਇਬਰਾਹੀਮ ਪੈਗੰਬਰ, ਤੀਜਾ ਹੈ ਮੂਸਾ ਪੈਗੰਬਰ ਤੇ ਚੌਥਾ ਹੈ ਮੁਹੰਮਦ ਨਾਮ ਦਾ ਪੈਗੰਬਰ। ਇਹਨਾਂ 4 ਪੈਗੰਬਰਾਂ ਨੇ ਵੱਖਰੇ ਵੱਖਰੇ ਗ੍ਰੰਥ ਬਣਾਏ। ਉਸ ਨੂੰ ਕਿਹਾ ਜਾਂਦਾ ਤੌਰੇਤ, ਅੰਜੀਲ, ਇਸੇ ਤਰ੍ਹਾਂ ਜੰਬੂਰ ਤੇ ਕੁਰਾਨ। ਕਬੀਰ ਸਾਹਿਬ ਜੀ ਕਹਿੰਦੇ ਭਾਈ ਇਹਨਾਂ 4 ਗ੍ਰੰਥਾਂ ਵਿੱਚ ਹੀ ਉਹ ਪਰਮਾਤਮਾ ਬੈਠਾ ਹੈ। ਇਹਨਾਂ 4 ਗ੍ਰੰਥਾਂ ਦਾ ਵੀ ਉਹ ਆਪ ਹੀ ਰੂਪ ਹੋ ਰਿਹਾ ਹੈ। ਐਸਾ ਉਹ ਪਰਮਾਤਮਾ ਹੈ। ਸ਼ੰਕਰ ਮੌਲਿਓ ਜੋਗ ਧਿਆਨ। ਜਿਹੜਾ ਸ਼ੰਕਰ ਸ਼ਿਵ ਜੀ ਹੈ, ਕਹਿਣ ਲੱਗੇ ਉਹ ਯੋਗ ਦੇ ਧਿਆਨ ਵਿੱਚ ਬੈਠਾ ਹੈ। 88,000 ਸਾਲ ਇੱਕੇ ਚੌਂਕੜੇ ਵਿੱਚ ਹੀ ਜਦੋਂ ਚੌਂਕੜਾ ਲਾ ਲੈਂਦਾ ਨਾ, ਯੋਗ ਦੇ ਵਿੱਚ ਜੁੜ ਜਾਂਦਾ, ਯੋਗ ਸਾਧਨਾ ਕਰਦਿਆਂ ਹੋਇਆ, ਤੇ ਕਹਿੰਦੇ 88,000 ਸਾਲ ਬੈਠਾ ਰਹਿੰਦਾ। 1 ਨਹੀਂ, 2 ਨਹੀਂ, 4 ਨਹੀਂ, 88,000 ਸਾਲ ਦਾ ਬੜਾ ਲੰਮਾ ਸਮਾਂ ਹੈ। ਕਬੀਰ ਸਾਹਿਬ ਜੀ ਕਹਿੰਦੇ ਇੰਨੀ ਲੰਮੀ ਸਮਾਧੀ ਲਾਉਣ ਵਾਲਾ ਵੀ, ਕਹਿਣ ਲੱਗੇ ਉਹਦੇ ਵਿੱਚ ਵੀ ਪ੍ਰਮਾਤਮਾ ਹੀ ਭਾਈ ਬੈਠਾ ਹੈ, ਉਹਦੇ ਕੋਲੋਂ ਸਮਾਧੀ ਲਵਾਉਂਦਾ ਹੈ। ਇਸ ਤਰ੍ਹਾਂ ਬਚਨ ਕਰਦੇ ਪਏ, ਕਹਿਣ ਲੱਗੇ ਸ਼ੰਕਰ ਮੌਲਿਓ, ਸ਼ੰਕਰ ਨਾਮ ਸ਼ਿਵ ਜੀ ਦਾ, ਕਹਿੰਦੇ ਉਹਦੇ ਵਿੱਚ ਵੀ ਭਾਈ ਉਹ ਪ੍ਰਮਾਤਮਾ ਜਿਹੜਾ ਹੈ ਉਹ ਮਿਲ ਰਿਹਾ ਹੈ, ਕਿਉਂਕਿ ਏਡੀ ਲੰਮੀ ਉਹ ਸਮਾਧੀ ਲਾ ਕੇ ਬੈਠਾ ਹੈ। ਮਹਾਰਾਜ ਬਖਸ਼ਦੇ ਹਨ। ਕਬੀਰ ਕੋ ਸੁਆਮੀ ਸਭ ਸਮਾਨ। ਕਬੀਰ ਸਾਹਿਬ ਜੀ ਕਹਿਣ ਲੱਗੇ ਮੇਰਾ ਜਿਹੜਾ ਸੁਆਮੀ ਹੈ ਨਾ, ਮਾਲਕ, ਉਹ ਸਾਰਿਆਂ ਦੇ ਵਿੱਚ ਹੀ ਸਮਾ ਰਿਹਾ ਭਾਈ। ਇਹੋ ਜਿਹੀ ਕੋਈ ਜਗ੍ਹਾ ਹੈ ਹੀ ਨਹੀਂ ਜਿੱਥੇ ਉਹ ਨਾ ਹੋਵੇ। ਗੁਰਮੁਖੋ ਹੁਣ ਹਿੰਦੂ ਧਰਮ ਦੇ 4 ਧਾਰਮਿਕ ਗ੍ਰੰਥਾਂ ਦਾ ਵੀ ਜ਼ਿਕਰ ਕੀਤਾ, 27 ਸਿਮਰਤੀਆਂ ਦਾ ਜ਼ਿਕਰ ਕੀਤਾ, 4 ਜਿਹੜੀਆਂ ਕਿਤਾਬਾਂ ਨੇ ਭਾਵੇਂ ਈਸਾਈਆਂ ਦੀਆਂ ਨੇ ਭਾਵੇਂ ਮੁਸਲਮਾਨਾਂ ਦੀਆਂ, ਉਹਨਾਂ ਦਾ ਵੀ ਜ਼ਿਕਰ ਕੀਤਾ, ਅਤੇ ਸਭ ਤੋਂ ਲੰਮੀ ਉਮਰ ਵਾਲਾ ਜਿਹੜਾ ਸ਼ਿਵ ਜੀ ਹੈ ਉਹਦਾ ਵੀ ਜ਼ਿਕਰ ਕੀਤਾ। ਕਬੀਰ ਸਾਹਿਬ ਜੀ ਕਹਿੰਦੇ ਭਾਈ ਸਾਰਿਆਂ ਦੇ ਵਿੱਚ ਹੀ ਉਹ ਸਮਾਨ ਰੂਪ ਹੋ ਰਿਹਾ, ਸਾਰਿਆਂ ਦੇ ਵਿੱਚ ਹੀ ਉਹ ਸਮਾਇਆ ਹੋਇਆ, ਮਿਲਿਆ ਹੋਇਆ, ਐਸਾ ਉਹ ਪਰਮਾਤਮਾ ਹੈ। ਪੰਡਤ ਜਨ ਮਾਤੇ ਪੜ ਪੁਰਾਨ। ਉਸ ਵੇਲੇ ਕਿਸੇ ਨੇ ਆ ਕੇ ਪੁੱਛਿਆ, ਕਹਿਣ ਲੱਗੇ ਕਬੀਰ ਸਾਹਿਬ ਜੀ ਇਹ ਦੱਸੋ ਵੀ ਉਹ ਪਰਮਾਤਮਾ ਦੇ ਵੱਲ ਕੋਈ ਜਾਗਦਾ ਵੀ ਹੈ ਕਿ ਸਾਰੇ ਹੀ ਸੁੱਤੇ ਹੋਏ? ਪਰਮਾਤਮਾ ਵੱਲ ਕੋਈ ਵੇਖਦਾ ਵੀ ਹੈ? ਉਹਦੇ ਨਾਲ ਕੋਈ ਪਿਆਰ ਕਰਦਾ, ਜਾਗਦਾ ਉਹਦੇ ਵਾਲੇ ਪਾਸੇ? ਤੇ ਆਪ ਦੱਸੋ। ਤੇ ਮਹਾਰਾਜ ਸਾਹਿਬ ਜੀ ਦਾ ਗੁਰਬਾਣੀ ਦਾ ਬਚਨ ਹੈ, ਸਭ ਮਦ ਮਾਤਿਓ ਕੋਊ ਨਾ ਜਾਗ। ਗੁਰਬਾਣੀ ਦੇ ਵਿੱਚ ਕਬੀਰ ਸਾਹਿਬ ਜੀ ਕਹਿੰਦੇ ਸਾਰੇ ਹੰਕਾਰ ਦੇ ਵਿੱਚ ਹੀ ਸੁੱਤੇ ਹੋਏ, ਕੋਈ ਨਹੀਂ ਜਾਗਦਾ ਪਿਆ। ਪ੍ਰੇਮੀ ਨੇ ਇਹ ਪੁੱਛਿਆ ਕਿਸੇ ਪਿਆਰੇ ਨੇ ਵੀ ਕਬੀਰ ਸਾਹਿਬ ਕੋਈ ਜਾਗਦਾ ਰੱਬ ਵਾਲੇ ਪਾਸੇ, ਰੱਬ ਦੀ ਬੰਦਗੀ ਵਾਲੇ ਪਾਸੇ, ਵੀ ਰੱਬ ਨੂੰ ਪਾ ਲਈਏ? ਕਬੀਰ ਸਾਹਿਬ ਜੀ ਕਹਿੰਦੇ ਨਹੀਂ ਭਾਈ, ਇਹ ਸਾਰੇ ਹੰਕਾਰ ਦੇ ਨਸ਼ੇ ਵਿੱਚ ਹੀ ਸੁੱਤੇ ਹੋਏ, ਕੋਈ ਨਹੀਂ ਜਾਗਦਾ ਪਿਆ। ਕਿਉਂਕਿ ਹੰਕਾਰ ਜਿਹੜਾ ਹੈ ਉਹ ਮਨੁੱਖ ਨੂੰ ਪਰਮਾਤਮਾ ਦੇ ਵਿੱਚ ਜੁੜਨ ਨਹੀਂ ਦਿੰਦਾ ਹੈ, ਸਗੋਂ ਪਰਮਾਤਮਾ ਦੇ ਵੱਲੋਂ ਧਿਆਨ ਟੁੱਟ ਜਾਂਦਾ ਹੈ। ਕਿਉਂਕਿ ਸਾਡੇ ਸਰੀਰ ਦੇ ਅੰਗਾਂ ਦੇ ਵਿੱਚ ਵੱਖਰੀ ਵੱਖਰੀ ਬਿਰਤੀ ਹੈ। ਜਿਵੇਂ ਮੰਨ ਲਓ ਸਾਡੀਆਂ ਅੱਖਾਂ ਨੇ ਨਾ, ਅੱਖਾਂ ਦੇ ਵਿੱਚ ਵਿਕਾਰ ਦੀ ਦ੍ਰਿਸ਼ਟੀ, ਅੱਖਾਂ ਇਹ ਨਹੀਂ ਚਾਹੁੰਦੀਆਂ ਮੈਂ ਰੱਬ ਨੂੰ ਵੇਖਾਂ, ਅੱਖਾਂ ਇਹ ਕਹਿੰਦੀਆਂ ਮੈਂ ਦੁਨੀਆ ਦੇ ਰੂਪ ਵੇਖਾਂ, ਸੋਹਣੇ ਫੁੱਲਾਂ ਦੇ ਰੰਗ ਹੋਣ, ਸੋਹਣੇ ਕੱਪੜਿਆਂ ਦੇ ਰੰਗ ਹੋਣ, ਸੋਹਣੇ ਸੋਹਣੇ ਸਰੀਰ ਹੋਣ, ਤੇ ਸਰੀਰਾਂ ਦੇ ਸੋਹਣੇ ਅੱਗੇ ਰੰਗ ਹੋਣ, ਮੈਂ ਇਹਨਾਂ ਨੂੰ ਵੇਖਾਂ। ਅੱਖਾਂ ਬਸ ਦੁਨੀਆ ਦੇ ਵਿਕਾਰਾਂ ਨੂੰ ਹੀ ਵੇਖਦੀਆਂ, ਰੱਬ ਵਾਲੇ ਪਾਸੇ ਨਹੀਂ ਜਾਂਦੀਆਂ। ਜਿਹੜੇ ਕੰਨ ਨੇ, ਕੰਨ ਇਹ ਨਹੀਂ ਕਹਿੰਦੇ ਵੀ ਅਸੀਂ ਰੱਬ ਦੇ ਨਾਮ ਨੂੰ ਸੁਣੀਏ, ਕੰਨ ਇਹ ਕਹਿੰਦੇ ਵੀ ਸਾਨੂੰ ਨਿੰਦਿਆ ਚੁਗਲੀ ਤੇ ਮਾੜੇ ਬਚਨ ਸੁਣਾਓ, ਇਹ ਬੜੇ ਚੰਗੇ ਲੱਗਦੇ। ਜ਼ੁਬਾਨ ਕਦੇ ਇਹ ਨਹੀਂ ਕਹਿੰਦੀ ਆ ਵੀ ਮੈਂ ਰੱਬ ਦੇ ਨਾਮ ਨੂੰ ਜਪਾਂ, ਪਰ ਜ਼ੁਬਾਨ ਮਾੜੇ ਬਚਨ ਬੋਲਣ ਵਿੱਚ ਬੜੀ ਛੇਤੀ ਤਿਆਰ ਰਹਿੰਦੀ ਹੈ। ਤੇ ਮਨ ਵੀ ਕਦੇ ਇਹ ਨਹੀਂ ਕਹਿੰਦਾ ਕਿ ਮੈਂ ਰੱਬ ਵਾਲੇ ਪਾਸੇ ਜੁੜਾ, ਮਨ ਵੀ ਸੁੱਤਾ ਹੋਇਆ ਹੈ। ਗੁਰਬਾਣੀ ਵਿੱਚ ਮਹਾਰਾਜ ਕਹਿਣ ਲੱਗੇ ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ। ਅੱਖਾਂ ਦੇ ਵਿੱਚ ਇਹ ਨਿੰਦਰਾ ਕਿਹੜੀ ਹੈ? ਅੱਖਾਂ ਵਿੱਚ ਨੀਂਦ ਆਉਂਦੀ ਪਈ ਹੈ, ਜਿਹੜੀ ਦ੍ਰਿਸ਼ਟੀ ਭੈੜੀ ਹੋ ਜਾਣੀ ਨਾ,
ਮਾੜੀ ਵੇਖਣੀ ਆਪਾਂ ਕਹਿੰਦੇ ਇਹਦੀ ਵੇਖਣੀ ਬੜੀ ਮਾੜੀ ਹੈ। ਇਹ ਮਾੜੀ ਵੇਖਣੀ ਇਹੋ ਹੀ ਅੱਖਾਂ ਦੇ ਵਿੱਚ ਨੀਂਦ ਹੈ। ਨੈਣਹੁ ਨੀਂਦ ਪਰ ਦ੍ਰਿਸ਼ਟ ਵਕਾਰ, ਸ਼ਰਵਣ ਸੋਏ ਸੁਣ ਨਿੰਦ ਵਿਵਹਾਰ। ਪਾਤਸ਼ਾਹ ਕਹਿਣ ਲੱਗੇ ਇਹ ਜਿਹੜੇ ਸਰਵਣ ਕੰਨ ਨੇ ਇਹ ਨਿੰਦਿਆ ਵਿੱਚ ਹੀ ਸੁੱਤੇ ਹੋਏ, ਨਾ ਕੰਨ ਜਾਗੇ ਨਾ ਅੱਖਾਂ ਜਾਗੀਆਂ। ਰਸਨਾ ਸੋਈ ਲੋਭ ਮੀਠੇ ਸਾਧ, ਇਹ ਜ਼ੁਬਾਨ ਵੀ ਸੁੱਤੀ ਹੈ, ਇਹ ਕਦੇ ਵਾਹਿਗੁਰੂ ਨਹੀਂ ਕਹਿੰਦੀ। ਮਹਾਰਾਜ ਕਿਉਂ ਨਹੀਂ ਕਹਿੰਦੀ? ਪਾਤਸ਼ਾਹ ਕਹਿੰਦੇ ਇਹ ਸਵਾਦ ਵਿੱਚ ਲੱਗੀ ਹੈ, ਆ ਵੀ ਮਿੱਠਾ ਫਲ ਖਾ ਲਵਾਂ, ਆ ਵੀ ਮਿੱਠਾ ਸਵਾਦ ਲੈ ਲਵਾਂ। ਜ਼ੁਬਾਨ ਸਵਾਦ ਵਿੱਚ ਲੱਗੀ ਹੈ, ਜ਼ੁਬਾਨ ਵੀ ਸੁੱਤੀ ਹੋਈ ਹੈ, ਇਹਨੇ ਕਦੇ ਰੱਬ ਦੇ ਨਾਮ ਨੂੰ ਨਹੀਂ ਲਿਆ। ਮਨ ਸੋਇਆ ਮਾਇਆ ਬਿਸਮਾਦ, ਮਨ ਜਿਹੜਾ ਹੈ ਉਹ ਬਿਸਮਾਦੀ ਰੰਗ ਦੇ ਵਿੱਚ ਮਾਇਆ ਦੇ ਰੂਪ ਵਿੱਚ ਹੀ ਸੁੱਤਾ ਪਿਆ। ਸੁੱਤਿਆਂ ਵੀ ਰਾਤ ਨੂੰ ਸੁਪਨੇ ਆਈ ਜਾਂਦੇ ਕਿ ਸਵੇਰੇ ਆਹ ਕੁਝ ਮੈਂ ਲੈ ਲੈਣਾ, ਮੈਂ ਆਹ ਕੁਝ ਬਣਾ ਲੈਣਾ। ਜਾਗਦਿਆਂ ਵੀ ਸੁਪਨੇ ਆਈ ਜਾਂਦੇ, ਜਾਗਦਿਆਂ ਵੀ ਸੁਪਨੇ ਵੇਖਦਾ ਪਿਆ, ਮੈਂ ਇਹ ਕਰਾਂਗਾ, ਕੱਲ ਨੂੰ ਮੈਂ ਇਹ ਕਰਾਂਗਾ, ਅਗਲੇ ਸਾਲ ਇਹ ਕਰ ਲਵਾਂ। ਹੋਵੇ ਭਾਵੇਂ ਕੁਝ ਨਾ, ਪਰ ਮਨ ਫੁਰਨੇ ਬਣਾਈ ਜਾ ਰਿਹਾ ਹੈ। ਕਹਿੰਦੇ ਭਾਈ ਇਹ ਮਾਇਆ ਦਾ ਹੀ ਹੈ ਪ੍ਰਭਾਵ, ਮਾਇਆ ਦੇ ਪ੍ਰਭਾਵ ਕਰਕੇ ਮਨ ਵੀ ਫੁਰਨੇ ਕਰਦਾ ਹੈ। ਜ਼ੁਬਾਨ ਜਿਹੜੀ ਹੈ ਮਿੱਠੇ ਮਿੱਠੇ ਪਦਾਰਥਾਂ ਦੇ ਖਾਣ ਦੇ ਫੁਰਨੇ ਕਰਦੀ ਹੈ। ਕੰਨ ਮਾੜੇ ਬਚਨ ਸੁਣਨ ਦਾ ਸਵਾਦ ਲੈਂਦੇ ਪਏ, ਅੱਖਾਂ ਮਾੜਾ ਕੁਝ ਵੇਖਣ ਵਾਸਤੇ ਸਵਾਦ ਲੈਂਦੀਆਂ ਪਈਆਂ। ਇਹ ਸਾਰੇ ਹੀ ਸੁੱਤੇ ਹੋਏ, ਜਾਗਦਾ ਹੀ ਕੋਈ ਨਹੀਂ ਪਿਆ। ਕਬੀਰ ਸਾਹਿਬ ਜੀ ਫਿਰ ਤੁਸੀਂ ਦੱਸੋ, ਕੋਈ ਹੈ ਜਾਗਦਾ ਤੇ ਆਪ ਦੱਸੋ। ਤੇ ਕਬੀਰ ਸਾਹਿਬ ਜੀ ਫਿਰ ਬਖਸ਼ਦੇ ਹਨ। ਪੰਡਤ ਜਨ ਮਾਤੇ ਪੜ ਪੁਰਾਨ। ਕਬੀਰ ਸਾਹਿਬ ਜੀ ਨੂੰ ਪੁੱਛਿਆ ਫਿਰ ਪੰਡਤ ਤੇ ਜਾਗਦੇ ਹੀ ਹੋਣਗੇ ਨਾ ਮਹਾਰਾਜ, ਕਿਉਂਕਿ ਉਹਨਾਂ ਨੇ ਗ੍ਰੰਥ ਬੜੇ ਪੜ੍ਹੇ ਨਾ ਪੰਡਤਾਂ ਨੇ। ਪੰਡਤ ਨਾਮ ਵਿਦਵਾਨ ਦਾ, ਵੀ ਵਿਦਵਾਨਾਂ ਨੇ ਤੇ ਗ੍ਰੰਥ ਪੜ੍ਹੇ ਹੋਏ ਨੇ। ਕਿਸੇ ਨੇ ਪੁਰਾਣ ਪੜ੍ਹਿਆ, ਕੁਰਾਨ ਪੜ੍ਹਿਆ, ਸਿਮਰਤੀਆਂ ਪੜ੍ਹੀਆਂ, ਧਾਰਮਿਕ ਗ੍ਰੰਥ ਪੜ੍ਹੇ। ਤੇ ਪੰਡਤ ਤੇ ਫਿਰ ਜਾਗਦੇ ਹੋਣਗੇ, ਵਿਦਵਾਨਾਂ ਨੂੰ ਤੇ ਖਬਰ ਹੋਵੇਗੀ ਨਾ ਰੱਬ ਦੀ। ਕਬੀਰ ਸਾਹਿਬ ਜੀ ਕਹਿੰਦੇ ਨਹੀਂ ਭਾਈ, ਵਿਦਵਾਨਾਂ ਨੂੰ ਵੀ ਉਹਦੀ ਖਬਰ ਨਹੀਂ ਹੈ। ਮਹਾਰਾਜ ਕਿਉਂ ਨਹੀਂ ਖਬਰ? ਕਹਿਣ ਲੱਗੇ ਉਹਨਾਂ ਨੂੰ ਆਪਣੀ ਵਿਦਿਆ ਦਾ ਹੰਕਾਰ, ਵੀ ਸਾਡੇ ਕੋਲ ਤੇ ਵਿਦਿਆ ਹੀ ਬੜੀ ਹੈ, ਅਸੀਂ ਤੇ ਗ੍ਰੰਥ ਹੀ ਬੜੇ ਪੜ੍ਹੇ, ਸਾਡੇ ਵਰਗਾ ਗ੍ਰੰਥ ਹੀ ਕੋਈ ਨਹੀਂ ਪੜ੍ਹ ਸਕਿਆ। ਉਹ ਆਪਣੀ ਵਿਦਿਆ ਦੇ ਹੰਕਾਰ ਵਿੱਚ, ਮੈਨੂੰ ਇੰਨੀ ਗੁਰਬਾਣੀ ਜ਼ੁਬਾਨੀ ਯਾਦ ਹੈ, ਇੰਨੇ ਸ਼ਾਸਤਰਾਂ ਨੂੰ ਮੈਂ ਪੜ੍ਹਿਆ, ਇੰਨੀਆਂ ਸਿਮਰਤੀਆਂ ਨੂੰ ਪੜ੍ਹਿਆ, ਇੰਨੇ ਮੈਂ ਧਾਰਮਿਕ ਗ੍ਰੰਥ ਮੂੰਹ ਜ਼ੁਬਾਨੀ ਯਾਦ ਕੀਤੇ ਹੋਏ। ਇਸ ਗੱਲ ਦਾ ਹੰਕਾਰ ਕਰਕੇ ਉਹ ਸੁੱਤੇ ਪਿਆ ਵੀ ਸਾਨੂੰ, ਅਸੀਂ ਰੱਬ ਤੋਂ ਕੀ ਲੈਣਾ, ਅਸੀਂ ਤੇ ਖੁਦ ਹੀ ਦੁਨੀਆ ਦੇ ਰੱਬ ਬਣ ਗਏ ਹਾਂ। ਪਾਤਸ਼ਾਹ ਕਹਿਣ ਲੱਗੇ ਪੰਡਤ ਜਨ ਮਾਤੇ, ਇਹ ਜਿਹੜੇ ਪੰਡਤ ਲੋਕ ਨੇ ਮਾਤੇ ਕਹੀਏ ਮਸਤ ਹੋ ਗਿਆ। ਕਾਹਦੇ ਵਿੱਚ? ਪੜ ਪੁਰਾਣ, ਪੁਰਾਣਾਂ ਨੂੰ ਪੜ੍ਹਨ ਵਿੱਚ। ਗੁਰਮੁਖੋ ਪੁਰਾਣਾਂ ਵਿੱਚ ਕੀ ਲਿਖਿਆ? ਪੁਰਾਣਾਂ ਦੇ ਵਿੱਚ ਦੇਵਤਿਆਂ ਦੀ ਕਥਾ ਲਿਖੀ ਹੈ, ਪੁਰਾਣਾਂ ਦੇ ਵਿੱਚ ਰਾਜਿਆਂ ਦੀ ਕਥਾ ਲਿਖੀ ਹੈ। ਗਰੁੜ ਪੁਰਾਣ ਹੈ, ਇਹ ਸ਼ਿਵ ਪੁਰਾਣ ਹੈ, ਸ਼ਿਵ ਜੀ ਦੀ ਕਥਾ ਲਿਖੀ ਹੈ। ਇਹਦੇ ਵਿੱਚ ਗਰੁੜ ਦੀ ਕਥਾ ਲਿਖੀ ਹੈ। ਸੋ ਐਸੇ ਤਰ੍ਹਾਂ ਇਹ ਭਵਿੱਖਤ ਪੁਰਾਣ ਹੈ, ਇਹਦੇ ਵਿੱਚ ਆਉਣ ਵਾਲੇ ਸਮੇਂ ਦੀ ਕਥਾ ਲਿਖੀ ਹੈ। ਇਹਨਾਂ ਪੁਰਾਣਾਂ ਵਿੱਚ ਬਸ ਇਸ ਤਰ੍ਹਾਂ ਕਥਾ ਹੀ ਲਿਖੀਆਂ ਹੋਈਆਂ, ਆਪੇ ਹੀ ਪੜ੍ਹਦੇ ਰਹਿੰਦੇ, ਪੜ੍ਹ ਪੜ੍ਹ ਕੇ ਸੁਣਾਉਂਦੇ ਰਹਿੰਦੇ, ਖੁਸ਼ ਹੋ ਕੇ ਰਹਿੰਦੇ। ਇਸ ਤਰ੍ਹਾਂ ਭਾਈ ਇਹ ਪੰਡਤ ਵੀ ਮਾਤੇ ਕਹੀਏ ਮਸਤ ਹੋ ਗਏ, ਇਹ ਵੀ ਸੁੱਤੇ ਹੋਏ, ਰੱਬ ਵਾਲੇ ਪਾਸੇ ਜਾਗੇ ਨਹੀਂ। ਗੁਰਮੁਖੋ ਇੱਕ ਬੜਾ ਭਾਰੀ ਪੰਡਤ ਵਿਦਵਾਨ, ਸਿਮਰਤੀਆਂ ਸ਼ਾਸਤਰ ਪੁਰਾਣ ਇਹਨੇ ਸਾਰੇ ਧਾਰਮਿਕ ਗ੍ਰੰਥ ਪੜ੍ਹੇ ਅਤੇ ਬੜਾ ਮਸਤ ਹੋਇਆ ਕਰੇ, ਬੜਾ ਮਾਣ ਕਰਿਆ ਕਰੇ, ਮੇਰੇ ਵਰਗੀ ਵਿਦਿਆ ਨਹੀਂ ਪੜ੍ਹੀ ਹੈ। ਤੇ ਜਿਹੜੇ ਵੀ ਸ਼ਹਿਰ ਵਿੱਚ ਜਾਵੇ ਨਾ, ਸਭ ਤੋਂ ਪਹਿਲਾਂ ਉੱਥੇ ਪੁੱਛੇ ਵੀ ਇੱਥੇ ਵਿਦਵਾਨ ਕੌਣ ਹੈ। ਲੋਕਾਂ ਨੇ ਦੱਸਣਾ ਵੀ ਫਲਾਣਾ ਵਿਦਵਾਨ ਹੈ, ਕਹਿਣਾ ਜਾਓ ਬੁਲਾ ਕੇ ਲਿਆਓ, ਉਹਨੂੰ ਕਹੋ ਵੀ ਮੇਰੇ ਨਾਲ ਆ ਕੇ ਚਰਚਾ ਕਰੇ। ਲੋਕਾਂ ਨੇ ਜਾ ਕੇ ਉਹ ਸ਼ਹਿਰ ਵਾਲੇ ਪੰਡਤ ਨੂੰ ਕਹਿਣਾ ਵੀ ਬਾਹਰੋਂ ਇੱਕ ਪੰਡਤ ਆ ਗਿਆ ਵਿਦਵਾਨ, ਉਹ ਤੇਰੇ ਨਾਲ ਚਰਚਾ ਕਰਨੀ ਚਾਹੁੰਦਾ ਹੈ। ਤੇ ਜਦੋਂ ਉਹ ਸ਼ਹਿਰ ਵਾਲਾ ਪੰਡਤ ਜਾ ਕੇ ਉਹਦੇ ਨਾਲ ਚਰਚਾ ਕਰੇ ਤੇ ਉਹ ਸ਼ਹਿਰ ਵਾਲਾ ਪੰਡਤ ਹਾਰ ਜਿਆ ਕਰੇ। ਤੇ ਇਹ ਜਿਹੜਾ ਬਾਹਰੋਂ ਆਇਆ ਪੰਡਤ ਇਹ ਕਿਹਾ ਕਰੇ ਵੀ ਆਪਣੇ ਸਾਰੇ ਗ੍ਰੰਥ ਨੂੰ ਮੈਨੂੰ ਦੇ ਦੇ, ਤੂੰ ਹਾਰ ਗਿਆ ਮੇਰੇ ਕੋਲੋਂ, ਤੈਨੂੰ ਹੁਣ ਗ੍ਰੰਥ ਪੜ੍ਹਨ ਦੀ ਆਗਿਆ ਨਹੀਂ ਹੈ। ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀ ਹੈ ਖਾਤ, ਗੱਡੀਆਂ ਗੱਡੇ ਲੱਦ ਲੈਣੇ। ਇਸੇ ਤਰ੍ਹਾਂ ਊਠਾਂ ਦੇ ਉੱਪਰ ਗ੍ਰੰਥ ਲੱਦ ਕੇ ਅਗਲੇ ਦੇ ਗ੍ਰੰਥ ਖੋਹ ਕੇ ਆਪਣੇ ਕੋਲ ਹੀ ਰੱਖ ਲੈਣਾ। ਇਸ ਤਰ੍ਹਾਂ ਵੱਡੇ ਵੱਡੇ ਪੰਡਤਾਂ ਨੂੰ ਜਿਵੇਂ ਜਿਵੇਂ ਜਿੱਤਦਾ ਹੈ ਉਵੇਂ ਉਵੇਂ ਹੰਕਾਰ ਵੱਧਦਾ ਜਾਂਦਾ, ਮੇਰੇ ਵਰਗਾ ਕੋਈ ਨਹੀਂ ਹੈ। ਫਿਰਦਿਆਂ ਫਿਰਦਿਆਂ ਜਦੋਂ ਇੱਕ ਸ਼ਹਿਰ ਵਿੱਚ ਗਿਆ ਨਾ, ਇੱਥੇ ਵੀ ਜਾ ਕੇ ਇਸਨੇ ਢੰਡੋਰਾ ਲਵਾਇਆ, ਕਹਿਣ ਲੱਗਾ ਵੀ ਜਿੰਨੇ ਵੀ ਵਿਦਵਾਨ ਨੇ ਸਾਰੇ ਜਾਣੇ ਆਓ ਮੇਰੇ ਕੋਲ, ਮੇਰੇ ਨਾਲ ਚਰਚਾ ਕਰੋ, ਇਕੱਠੇ ਹੀ ਆ ਜਾਓ, ਮੈਨੂੰ ਨਹੀਂ ਕਿਸੇ ਦੀ ਪਰਵਾਹ, ਮੈਂ ਸਾਰਿਆਂ ਨੂੰ ਇਕੱਠੇ ਹੀ ਜਿੱਤ ਲੈਣਾ। ਇਸ ਤਰ੍ਹਾਂ ਲੋਕ ਇਕੱਠੇ ਹੋਣ ਲੱਗ ਪਏ ਕਿ ਹੁਣ ਇਹਦੇ ਨਾਲ ਧਾਰਮਿਕ ਗ੍ਰੰਥਾਂ ਦੀ ਵਿਚਾਰ ਹੋਵੇਗੀ। ਉੱਥੋਂ ਦੀਆਂ ਔਰਤਾਂ ਨੇ ਵੀ ਸੁਣਿਆ ਵੀ ਬੜਾ ਵੱਡਾ ਵਿਦਵਾਨ ਪੰਡਤ ਆਇਆ ਹੈ, ਇਹਨੂੰ ਬਹੁਤ ਜ਼ਿਆਦਾ ਹੰਕਾਰ ਹੈ ਤੇ ਇਹਦੇ ਨਾਲ ਅਰਥ ਕਰਨਾ ਚਾਹੀਦਾ। ਔਰਤਾਂ ਦਾ ਮਨ ਦਾ ਸੰਕਲਪ ਜਾਣ ਕੇ
ਅਸੀਂ ਵੀ ਉਸ ਦੇ ਨਾਲ ਅਰਥ ਸ਼ਾਸਤਰ ਸੁਣਾਈ। ਔਰਤਾਂ ਨੇ ਵੀ ਆਖਿਆ, ਜਦੋਂ ਉਹਨਾਂ ਦੇ ਪਤੀ ਚੱਲੇ ਨਾ ਚਰਚਾ ਕਰਨ ਪੰਡਤ ਦੇ ਨਾਲ, ਤੇ ਉਹ ਚਰਚਾ ਕਰਨ ਵਾਲੇ ਜਿਹੜੇ ਬੰਦੇ ਸਨ ਉਹਨਾਂ ਦੀਆਂ ਔਰਤਾਂ ਕਹਿੰਦੀਆਂ ਵੀ ਸਾਨੂੰ ਵੀ ਨਾਲ ਲੈ ਚੱਲੋ। ਅਸੀਂ ਇਸ ਵੀ ਸੁਣੀ ਹੈ ਵੀ ਉਹ ਕਿਵੇਂ ਅਰਥ ਕਰਦਾ ਹੈ, ਕਿਵੇਂ ਲੋਕਾਂ ਨੂੰ ਜਿੱਤਦਾ, ਵੀ ਬੜੀ ਉਹਦੀ ਮਸ਼ਹੂਰੀ ਹੈ, ਅਸੀਂ ਵੀ ਵੇਖ ਲਈਏ। ਉਸ ਵੇਲੇ ਕਹਿਣ ਲੱਗੇ ਵੀ ਨਾਲ ਚੱਲ ਪਏ। ਅਚਾਨਕ ਹੀ ਦੂਜੇ ਦਿਨ ਸਵੇਰੇ ਨਾ ਪੰਡਤ ਦੀ ਇਸ਼ਨਾਨ ਕਰਕੇ ਤੇ ਸ਼ਹਿਰ ਵੱਲ ਆਉਂਦੇ ਪਏ, ਤੇ 4 ਕੁ ਲੜਕੀਆਂ ਬਾਹਰ ਖੂਹ ਤੇ ਪਾਣੀ ਭਰਦੀਆਂ ਪਈਆਂ ਸਨ। ਰਸਤੇ ਵਿੱਚ ਆਮੋ ਸਾਹਮਣੇ ਤੇ ਮਿਲਾਪ ਹੋ ਗਿਆ। ਇੱਕ ਲੜਕੀ ਨੇ ਪੁੱਛਿਆ, ਪੰਡਤ ਜੀ ਅੱਜ ਸ਼ਾਸਤਰ ਅਰਥ ਆਪ ਨੇ ਹੀ ਕਰਨੇ ਹਨ। ਇੱਕ ਲੜਕੀ ਨੇ ਪੁੱਛਿਆ ਵੀ ਪੰਡਤ ਜੀ ਤੁਸੀਂ ਹੋ ਜਿਹੜੇ ਬਾਹਰੋਂ ਆਏ ਜੇ? ਕਹਿਣ ਲੱਗਾ ਹਾਂ ਮੈਂ ਹੀ ਹਾਂ। ਤੁਸੀਂ ਅੱਜ ਗ੍ਰੰਥ ਦੇ ਅਰਥ ਕਰੋਗੇ? ਕਹਿਣ ਲੱਗਾ ਵੀ ਹਾਂ ਮੈਂ ਹੀ ਕਰਾਂਗਾ। ਤੇ ਉਸ ਵੇਲੇ ਪੰਡਤ ਨੇ ਪੁੱਛਿਆ, ਤਦ ਪੰਡਤ ਜੀ ਨੇ ਇੱਕ ਨੂੰ ਪੁੱਛਿਆ ਕਿ ਤੂੰ ਕਿਸ ਬ੍ਰਾਹਮਣ ਦੀ ਲੜਕੀ ਹੈ? ਤੇ ਉਸਨੇ ਫਿਰ ਅੱਗੋਂ ਸਵਾਲ ਕੀਤਾ। ਉਸ ਨੂੰ ਪੰਡਤ ਨੂੰ ਸਵਾਲ ਦੇ ਵਿੱਚ ਹੀ ਹੁਣ ਦਾ ਜਵਾਬ ਮਿਲੇਗਾ ਨਾ ਪੰਡਤ ਦੇ ਕੋਲੋਂ, ਨਾਲੇ ਪਤਾ ਲੱਗੇਗਾ ਵੀ ਪੰਡਤ ਨੂੰ ਕਿੰਨਾ ਕੁ ਗਿਆਨ ਹੈ। ਤੇ ਉਹਨੇ ਬਚਨ ਆਖਿਆ, ਕਹਿਣ ਲੱਗੇ ਮੁਖ ਕਾਰੀ ਨਾ ਮੰਜਰੀ, 2 ਜ਼ੁਬਾਨੀ ਨਚ ਸਰਪਨੀ, 5 ਭਰਤਾ ਨਾ ਪੰਚਾਲੀ, ਤਸੇ ਕੁਲੇ ਮੈਂ ਬਾਲਕੀ। ਇਸ ਤਰ੍ਹਾਂ ਕਹਿ ਕੇ ਉਹਨੇ ਇੱਕ ਸ਼ਲੋਕ ਸੁਣਾ ਦਿੱਤਾ। ਤੇ ਪੰਡਤ ਜੀ ਸ਼ਲੋਕ ਸੁਣ ਕੇ ਉਸ ਵੇਲੇ ਚੁੱਪ ਕਰ ਗਏ। ਉਸ ਵੇਲੇ ਦੂਜੀ ਨੂੰ ਪੁੱਛਿਆ ਵੀ ਤੂੰ ਕਿਹਦੀ ਲੜਕੀ ਹੈ? ਉਹਨੇ ਆਪਣੇ ਵੱਲੋਂ ਸ਼ਲੋਕ ਪੜ੍ਹ ਦਿੱਤਾ। ਕਹਿਣ ਲੱਗੀ ਗਿਰੇ ਵਾਨੰਗ ਨਾ ਸਿਰੇ ਨਾਸਤੀ, 2 ਬਾਹੂ ਬਿਵਰਜਤੇ, ਅਤੇ ਇਸੇ ਤਰ੍ਹਾਂ ਜੀਵਤ ਪੁਰਸ਼ਾ ਪੁਛੰਤੇ ਤਸੇ ਕੁਲੇ ਨਾ ਮੈਂ ਬਾਲਕੀ। ਉਹਨੇ ਆਪਣਾ ਦੱਸਿਆ ਵੀ ਸਾਡੀ ਆਹ ਕੁਲ ਹੈ, ਆਹ ਸਾਡਾ ਖਾਨਦਾਨ ਹੈ, ਆਹ ਸਾਡਾ ਸਾਰਾ ਹਿਸਾਬ ਕਿਤਾਬ ਹੈ। ਉਸ ਵੇਲੇ ਫਿਰ ਪੰਡਤ ਜੀ ਨੇ ਤੀਜੀ ਲੜਕੀ ਨੂੰ ਪੁੱਛਿਆ, ਤੇ ਉਹਨੇ ਵੀ ਆਪਣਾ ਹੀ ਵੱਖਰਾ ਹੀ ਸ਼ਲੋਕ ਉਚਾਰਨ ਕਰ ਦਿੱਤਾ। ਕਹਿਣ ਲੱਗੀ ਜਲੰ ਮਧੇ ਦਾਨ ਦੇਹੰ, ਤਤ ਗ੍ਰਹਿ ਨਾ ਜੀਵਤੇ, ਦਾਤਾਰੋ ਨਰਕ ਪ੍ਰਾਨੀ, ਤਸੇ ਕੁਲੇ ਮੈਂ ਬਾਲਕੀ। ਉਹਨੇ ਆਪਣਾ ਸ਼ਲੋਕ ਪੜ੍ਹਿਆ। ਤੇ ਪੰਡਤ ਜੀ ਨੇ ਸੁਣਿਆ ਵੀ ਇਹ ਤੇ ਲੜਕੀਆਂ ਹੀ ਬੜੀਆਂ ਵਿਦਵਾਨ ਨੇ, ਇਹ ਤੇ ਸਿੱਧੀ ਗੱਲ ਹੀ ਨਹੀਂ ਕਰਦੀਆਂ। ਜਦੋਂ ਕੋਈ ਪੁੱਛੀਏ ਇਹ ਅੱਗੋਂ ਬੜਾ ਮਹਿੰਗਾ ਜਿਹਾ ਸ਼ਲੋਕ ਪੜ੍ਹ ਕੇ ਸੁਣਾ ਦਿੰਦੀਆਂ। ਉਸ ਵੇਲੇ ਪੰਡਤ ਨੇ ਚੌਥੀ ਨੂੰ ਪੁੱਛਿਆ ਵੀ ਤੂੰ ਕਿਸ ਦੀ ਲੜਕੀ ਹੈ? ਉਹਨੇ ਫਿਰ ਅੱਗੋਂ ਜਵਾਬ ਦਿੱਤਾ, ਹਰ ਹਰ ਸਿਮਰਤ ਨਤਯੰ, ਬਹੁ ਜੀਵਨ ਪ੍ਰਤਪਾਲਕ ਹੈ। ਉਹਨੇ ਆਪਣਾ ਸ਼ਲੋਕ ਪੜ੍ਹਿਆ। ਤੇ ਉਸ ਵੇਲੇ ਪੰਡਤ ਜੀ ਨੇ ਸੁਣਿਆ ਵੀ ਇਹਨੇ ਵੀ ਸ਼ਲੋਕ ਪੜ੍ਹਿਆ ਹੈ। ਸਾਰਿਆਂ ਦੇ ਕੋਲੋਂ ਸੁਣਿਆ ਤੇ ਪੰਡਤ ਹੈਰਾਨ ਹੋ ਗਿਆ। ਪਰ ਪੰਡਤ ਨੂੰ ਕੁਝ ਪਤਾ ਨਾ ਲੱਗਾ ਵੀ ਇਹਨਾਂ ਨੇ ਸ਼ਲੋਕ ਪੜ੍ਹਿਆ ਕੀ ਹੈ, ਇਹਨਾਂ ਦੇ ਸ਼ਲੋਕ ਦਾ ਮਤਲਬ ਕੀ ਹੈ, ਇਹ ਸ਼ਲੋਕ ਵਿੱਚ ਮੈਨੂੰ ਕਹਿ ਕੀ ਗਈਆਂ, ਇਸ ਗੱਲ ਦਾ ਨਹੀਂ ਪਤਾ ਲੱਗਾ। ਉਸ ਵੇਲੇ ਪੰਡਤ ਨੇ ਲੜਕੀਆਂ ਨੂੰ ਕਿਹਾ, ਤੁਹਾਡੇ ਸ਼ਲੋਕਾਂ ਦਾ ਮੈਨੂੰ ਪਤਾ ਨਹੀਂ ਲੱਗਾ ਵੀ ਤੁਸੀਂ ਮੈਨੂੰ ਕੀ ਆਖਿਆ ਹੈ। ਤੇ ਉਸ ਵੇਲੇ ਲੜਕੀਆਂ ਨੇ ਆਖਿਆ, ਕਹਿਣ ਲੱਗੇ ਜੇਕਰ ਸ਼ਲੋਕਾਂ ਦਾ ਭਾਵ ਤੁਸੀਂ ਨਹੀਂ ਸਮਝਿਆ ਤਾਂ ਤੁਸੀਂ ਸ਼ਾਸਤਰਾਂ ਨੂੰ ਕਿਵੇਂ ਦੁਨੀਆ ਨੂੰ ਸਮਝਾਓਗੇ? ਅਸੀਂ ਵੀ ਤੇ ਸ਼ਾਸਤਰਾਂ ਵਿੱਚੋਂ ਹੀ ਸ਼ਲੋਕ ਪੜ੍ਹਿਆ, ਤੇ ਤੂੰ ਆਪ ਖੁਦ ਇਹ ਗੱਲ ਕਹੀ ਹੈ ਵੀ ਮੈਨੂੰ ਸਮਝ ਨਹੀਂ ਆਈ। ਜੇ ਤੈਨੂੰ ਸਮਝ ਨਹੀਂ ਆਈ ਤੇ ਫਿਰ ਲੋਕਾਂ ਨੂੰ ਕੀ ਸਮਝਾਵੇਂਗਾ, ਲੋਕਾਂ ਨੂੰ ਕੀ ਗਿਆਨ ਦੇਵੇਂਗਾ? ਤੇ ਆਪ ਤੁਸੀਂ ਆਪਣੇ ਆਪ ਨੂੰ ਬੜੇ ਵੱਡੇ ਪੰਡਤ ਆਖਦੇ ਹੋ, ਤੇ ਤੁਸੀਂ ਫਿਰ ਅਰਥ ਕਿਵੇਂ ਕਰੋਗੇ? ਆਪਣੀ ਭਲਾਈ ਚਾਹੁੰਦੇ ਹੋ ਤੇ ਇੱਥੇ ਚਲੇ ਜਾਓ। ਇਹ ਗੱਲ ਸੁਣ ਕੇ ਉਸ ਵੇਲੇ ਚਲੇ ਗਏ। ਉਹਨਾਂ ਲੜਕੀਆਂ ਨੇ ਇਹ ਗੱਲ ਕਹੀ ਵੀ ਅਸੀਂ ਉਹਨਾਂ ਪੰਡਤਾਂ ਕੋਲੋਂ ਪੜ੍ਹੀਆਂ ਹੋਈਆਂ, ਉਹਨਾਂ ਦੀਆਂ ਵਿਦਿਆਰਥਣਾਂ ਹਾਂ, ਤੇ ਸਾਡੇ ਸ਼ਲੋਕ ਪੜ੍ਹ ਕੇ ਤੁਸੀਂ ਆਖਿਆ ਵੀ ਤੁਹਾਨੂੰ ਸਮਝ ਨਹੀਂ ਆਈ। ਜਦੋਂ ਸਾਡੇ ਬਾਪ ਦੇ ਨਾਲ ਤੁਸੀਂ ਚਰਚਾ ਕਰੋਗੇ ਜਾਂ ਸਾਡੇ ਭਰਾਵਾਂ ਨਾਲ ਚਰਚਾ ਕਰੋਗੇ, ਅਸੀਂ ਤੇ ਉਹਨਾਂ ਕੋਲੋਂ ਪੜ੍ਹੀਆਂ ਹਾਂ, ਫਿਰ ਤੁਹਾਨੂੰ ਉਹਨਾਂ ਦੇ ਸਾਹਮਣੇ ਤੇ ਗੱਲ ਹੀ ਨਹੀਂ ਆਉਣੀ। ਤੁਹਾਨੂੰ ਵਿਦਿਆਰਥੀਆਂ ਦੇ ਸਾਹਮਣੇ ਨਹੀਂ ਪਤਾ ਲੱਗਾ ਕੁਝ, ਤੇ ਜਿਨ੍ਹਾਂ ਕੋਲੋਂ ਅਸੀਂ ਪੜ੍ਹੀਆਂ ਫਿਰ ਉਹਨਾਂ ਦੇ ਤੁਹਾਨੂੰ ਕੀ ਸਮਝ ਆਵੇਗੀ? ਤੁਸੀਂ ਤੇ ਫਿਰ ਪੰਡਤ ਦੀ ਹਾਰ ਜਾਓਗੇ। ਤੇ ਪੰਡਤ ਨੇ ਸੋਚਿਆ ਵੀ ਗੱਲ ਤੇ ਚੰਗੀ ਹੈ, ਜਿਹਦੇ ਵਿਦਿਆਰਥੀ ਇੰਨੇ ਸਿਆਣੇ ਹੋਣ ਵੀ ਜ਼ੁਬਾਨੀ ਸ਼ਲੋਕ ਯਾਦ ਕਰਕੇ ਤੁਰੇ ਫਿਰਦੇ, ਲੜਕੀਆਂ ਖੂਹ ਤੋਂ ਪਾਣੀ ਭਰਨ ਵਾਲੀਆਂ, ਇਹਨਾਂ ਨੂੰ ਜਿਹੜਾ ਇਹਨਾਂ ਦਾ ਉਸਤਾਦ ਹੋਵੇਗਾ ਪੜ੍ਹਾਉਣ ਵਾਲਾ, ਉਹ ਤੇ ਫਿਰ ਬੜਾ ਵੱਡਾ ਵਿਦਵਾਨ ਹੋਵੇਗਾ। ਤੇ ਜੇ ਮੈਂ ਉਹਦੇ ਨਾਲ ਚਰਚਾ ਕੀਤੀ ਤੇ ਮੈਂ ਤੇ ਹਾਰ ਜਾਣਾ, ਤੇ ਮੇਰੀ ਇੰਨੀ ਬਣਾਈ ਇੱਜ਼ਤ ਸਾਰੀ ਖਰਾਬ ਹੋ ਜਾਣੀ ਹੈ। ਇਸ ਕਰਕੇ ਚੰਗਾ ਇਹ ਹੀ ਹੈ ਵੀ ਚਰਚਾ ਨਾ ਹੀ ਕਰਾਂ ਤੇ ਆਸਾ ਪਾਸਾ ਹੀ ਕਰ ਜਾਵਾਂ, ਤਾਂ ਕਿ ਲੋਕ ਨਾ ਮੇਰੀ ਬੇਪਤੀ ਨਾ ਹੋਵੇ। ਇਸ ਤਰ੍ਹਾਂ ਕਹਿ ਕੇ ਉਹ ਪੰਡਤ ਜੀ ਉੱਥੋਂ ਜਿਹੜੇ ਸਾਨੂੰ ਚੱਕਰਵਰਤੀ ਹੋ ਗਿਆ, ਦੌੜ ਗਿਆ। ਕਹਿਣ ਲੱਗੇ ਮੈਂ ਨਹੀਂ ਚਰਚਾ ਕਰਦਾ, ਮੈਂ ਚੱਲਿਆ। ਕਬੀਰ ਸਾਹਿਬ ਜੀ ਕਹਿਣ ਲੱਗੇ ਪੰਡਤ ਜਨ ਮਾਤੇ ਪੜ੍ਹ ਪੁਰਾਣ। ਇਹ ਜਿਹੜੇ ਪੰਡਤ ਨੇ, ਪੁਰਾਣ ਕਹੀਏ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ, ਇਹ ਮਾਤੇ ਕਹੀਏ ਮਸਤ ਹੋਏ ਪਏ ਨੇ ਗ੍ਰੰਥਾਂ ਦੇ ਵਿੱਚ ਹੀ। ਪਰ ਕਬੀਰ ਸਾਹਿਬ ਜੀ ਕਹਿੰਦੇ ਜਾਗੇ ਉਹ ਵੀ ਨਹੀਂ ਵੀ ਗ੍ਰੰਥ ਵਿੱਚ ਕੀ ਲਿਖਿਆ ਤੇ ਅਸੀਂ ਕਮਾਈ ਕਰ ਲਈਏ।
ਨਹੀਂ ਉਹ ਵੀ ਨਹੀਂ ਜਾਗੇ, ਉਹ ਵੀ ਆਪਣੇ ਹੰਕਾਰ ਵਿੱਚ ਸੁੱਤੇ ਹੋਏ ਹਨ। ਜੋਗੀ ਮਾਤੇ ਜੋਗ ਧਿਆਨ, ਜਿਹੜੇ ਜੋਗੀ ਨੇ ਵੱਡੇ ਵੱਡੇ, ਉਹ ਜੋਗ ਦੇ ਵਿੱਚ ਮਸਤ ਹੋਏ ਪਏ ਵੀ ਅਸੀਂ 10ਵੇਂ ਦਵਾਰ ਵਿੱਚ ਸਮਾਧੀ ਲਾ ਲਈਦੀ ਹੈ ਤੇ ਸਾਨੂੰ ਉਥੋਂ ਰਾਸ ਆਉਣ ਲੱਗ ਪੈਂਦਾ ਤੇ ਅਸੀਂ ਸਮਾਧੀ ਵਿੱਚ ਹੀ ਉਮਰਾਂ ਲੰਮੀ ਕਰੀ ਬੈਠੇ ਆ। ਕਹਿੰਦੇ ਜੋਗੀਆਂ ਨੂੰ ਆਪਣਾ ਮਾਤੇ ਕਹੀਏ ਮਸਤ ਹੋਣ ਦਾ ਇੱਕ ਜਰੀਆ ਮਿਲਿਆ ਹੋਇਆ, ਬਸ ਯੋਗ ਸਾਧਨਾ ਹੀ ਕਰਨੀ ਹੈ। ਜਾਗੇ ਜੋਗੀ ਵੀ ਨਹੀਂ ਤੇ ਜਾਗੇ ਪੰਡਤ ਵੀ ਨਹੀਂ। ਕਬੀਰ ਸਾਹਿਬ ਜੀ ਹੋਰ ਕਿਹਨਾਂ ਬਾਰੇ ਆਪ ਦੱਸੋ ਵੀ ਹੋਰ ਕੌਣ ਕੌਣ ਨੇ? ਕਹਿੰਦੇ ਭਾਈ ਇਹ ਸਾਰਾ ਸ਼ਬਦ ਹੀ ਅਸੀਂ ਉਚਾਰਾਂਗੇ, ਦੱਸਾਂਗੇ ਤੁਹਾਨੂੰ ਵੀ ਹੋਰ ਕੌਣ ਕੌਣ ਸੁੱਤਾ ਹੈ। ਬਾਕੀ ਦੀ ਵਿਚਾਰ ਆਪਾਂ ਅਗਲੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣ ਅਸੀਸੜੀਆਂ, ਜੋ ਹੋਵੈ ਸਾਹਿਬ ਸਿਓ ਮੇਲੋ। ਪੰਡਤ ਜਨ ਮਾਤੇ ਪੜ ਪੁਰਾਨ, ਜੋਗੀ ਮਾਤੇ ਜੋਗ ਧਿਆਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।